ਤਾਂ ਥਕੇਵਾਂ ਕਿਸਾਨੀ ਅੰਦੋਲਨ ਦਾ ਹੀ ਨਹੀਂ ਉਤਰਿਆ ਸੀਗਾ, ਅਗਲੇ ਮੋਰਚੇ ਦੀ ਵੀ ਤਿਆਰੀ ਖਿੱਚ ਲਈ। ਤੇ ਸਾਡੇ ਬੱਚੇ ਜਿਹੜੇ ਆ ਯੂਕਰੇਨੀਅਨ ਅੜੇ ਆ, ਭਾਵੇਂ ਰਸ਼ੀਅਨ ਆ, ਜਿਹੜਾ ਮਰਜ਼ੀ ਹੋਵੇ, ਆਪਾਂ ਆਪਣਾ ਕੰਮ ਕਰੀਏ। ਸੋ ਆਪਣੀ ਫਰਜ਼ ਨਿਭਾਉਣ ਚੱਲੇ। ਅਜਿਹੀ ਕਿਹੜੀ ਚੀਜ਼ ਤੁਹਾਨੂੰ ਪ੍ਰਭਾਵ ਕਰਦੀ ਹੈਗੀ ਕਿ ਤੁਹਾਨੂੰ ਵੀ ਉੱਥੇ ਜਾਣਾ ਚਾਹੀਦਾ ਹੈਗਾ? ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ, ਕਿਵੇਂ ਸਾਰਾ ਇਹ ਤੁਸੀਂ ਪਲਾਨ ਕੀਤਾ? ਅਸੀਂ ਆਪਣੇ ਆਪ ਨੂੰ ਪ੍ਰੂਵ ਕਰਦੇ ਹਾਂ ਅਸੀਂ ਸਿੱਖ ਹਾਂ। ਕੁਛ ਲੋਕ ਕਹਿੰਦੇ ਆ ਕਿ ਬਾਈ ਬਸ ਕਿਰਪਾਨ ਫੜ ਲਓ ਤੇ ਸਿੱਖ ਬਣ ਗਿਆ। ਮੈਂ ਫੀਲ ਕਰਦਾ ਕਿ ਹੁਣ ਸਾਨੂੰ ਆਪਣੇ ਆਪ ਨੂੰ ਦਿਖਾਉਣਾ ਪਊਗਾ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਦੱਸਣਾ ਪਊਗਾ ਕਿ ਗੁਰੂ ਸਾਹਿਬ ਨੇ ਇੱਕ ਹੋਰ ਮੈਸੇਜ ਦਿੱਤਾ ਸੀ, ਕਲਮ ਇੱਕ ਦੂਜੇ ਦੀ ਇਨਸਾਨੀਅਤ ਦੀ ਗੱਲ ਕਰਨੀ, ਸਰਬੱਤ ਦੇ ਭਲੇ ਦੀ ਗੱਲ ਕਰਨੀ, ਉਹ ਵੀ ਸਾਨੂੰ ਵੇਖਣਾ। ਸੋ ਆਪਣੇ ਆਪ ਨੂੰ ਕਹਿ ਲਓ ਕਿ ਪ੍ਰੂਵ ਵੀ ਕਰਨਾ ਪੈਂਦਾ ਰੋ। ਦਿੱਲੀ ਬਾਰਡਰ 'ਤੇ ਜਿਨ੍ਹਾਂ ਨੇ ਕੰਮ ਕੀਤਾ, ਜਰਮਨੀ ਤੋਂ, ਫਰਾਂਸ ਤੋਂ, UK ਤੋਂ, ਯੂਕਰੇਨ ਤੋਂ, ਕਹਿ ਲਾਂ ਰਸ਼ੀਆ ਤੋਂ, ਅਮਰੀਕਾ, ਕੈਨੇਡਾ, ਉੱਥੋਂ ਤੇ ਕੀਤਾ ਹੀ ਆ। ਸੋ ਲੋਕਾਂ ਨੇ ਕੰਮ ਕੀਤਾ ਸੀ। ਅੱਜ ਜੇ ਉਹ ਲੋਕ ਅਸੀਂ ਉਹਨਾਂ ਨੂੰ ਅਪੀਲਾਂ ਕੀਤੀ, ਉਹ ਸਾਡੇ ਤੱਕ ਪਹੁੰਚੇ, ਅੱਜ ਸਾਡਾ ਫਰਜ਼ ਬਣਦਾ ਕਿ ਉਹਨਾਂ ਦੇ ਤੱਕ ਪਹੁੰਚੀਏ। ਸੋ ਇੱਕ ਆਪਣਾ ਫਰਜ਼ ਨਿਭਾਉਣ ਦੇ ਆ। ਪਰਿਵਾਰ ਦਾ ਕਿਹੋ ਜਿਹਾ ਰਿਸਪੌਂਸ ਸੀਗਾ? ਵਾਈਫ ਤੁਹਾਡੇ ਜਦੋਂ ਇੱਥੇ ਵੀ ਆਏ ਸੀਗੇ, ਕਾਫੀ ਟਾਈਮ ਬਾਅਦ ਮੁਲਾਕਾਤ ਹੋਈ ਸੀਗੀ, ਤਾਂ ਹੁਣ ਪਰਿਵਾਰ ਦਾ ਕੀ ਕਹਿਣਾ ਹੈਗਾ? ਦੇਖੋ, ਇਹ ਚੀਜ਼ ਮੈਂ ਨਹੀਂ ਕਹੂੰਗਾ ਕਿ ਸੌਖਾ ਨਹੀਂ ਆ, ਕਿਉਂਕਿ ਕੁਛ ਨਹੀਂ ਪਤਾ ਕੀ ਹੁੰਦਾ। ਨਿਊਕਲੀਅਰ ਬੰਬ ਵੀ ਰਸ਼ੀਆ ਨੇ ਬਹੁਤ ਗੱਲਾਂ ਕੀਤੀਆਂ। ਸੋ ਮੈਂ ਨਹੀਂ ਕਹੂੰਗਾ ਕਿ ਕੋਈ ਡਰਦਾ ਨਹੀਂ ਜਾਂ ਐਸੀ ਕੋਈ ਗੱਲ ਨਹੀਂ, ਬਟ ਐਟ ਦੀ ਐਂਡ ਆਫ ਦ ਡੇ ਅਸੀਂ ਸਾਰੇ ਇੱਕ ਹੀ ਆ। ਇਹ ਡਿਸੀਜਨ ਸਾਡਾ ਸਾਰਿਆਂ ਦਾ ਇਕੱਠਾ ਹੀ ਆ, ਔਰ ਅਸੀਂ ਸਮਝਦੇ ਹਾਂ ਕਿ ਅਸੀਂ ਉਹਨਾਂ ਪਰਿਵਾਰਾਂ ਦਾ ਵੀ ਸੋਚਦੇ ਹਾਂ। ਹੁਣ ਮੈਂ ਹੁਣ ਕੀ ਤਿਆਰ ਕੀਤਾ ਹੈਗਾ? ਜਾ ਕੇ ਉੱਥੇ ਅਸੈਸਮੈਂਟ ਕਰੋਗੇ, ਕਿਉਂਕਿ ਉੱਥੇ ਜਾ ਕੇ ਪਹਿਲਾਂ ਤੁਹਾਨੂੰ ਵੀ ਸੈਟਲ ਹੋਣ ਦੇ ਵਿੱਚ 1-2 ਦਿਨ ਤਾਂ ਲੱਗ ਜਾਣਗੇ, ਜਾਂ ਉੱਥੇ ਤੁਹਾਡੇ ਇਨ ਟੱਚ ਜੋ ਵੀ ਲੋਕ ਹੋਣਗੇ ਜ਼ਰੂਰ ਤੁਹਾਨੂੰ ਹੈਲਪ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਰੋਡ ਮੈਪ ਹੁਣ ਕੀ ਰਹੂਗਾ? ਕਿਵੇਂ ਉੱਥੇ ਜਾ ਕੇ ਤੁਸੀਂ ਉਸ ਨੂੰ ਅੱਗੇ ਸਿਰੇ ਚੜ੍ਹਾਓਗੇ? ਯੂਕਰੇਨ ਦੇ ਅੰਦਰ ਵਧਣ ਦੀ ਗੱਲ ਹੋਊਗੀ ਕਿ ਕਦੋਂ ਉਹ ਅਲਾਓ ਕਰਦੇ ਆ, ਕਦੋਂ ਅਸੀਂ ਯੂਕਰੇਨ ਦੇ ਅੰਦਰ ਜਾ ਸਕਦੇ ਹਾਂ, ਉਦੋਂ ਕਿਹਨੂੰ ਜਾਣ ਦੀ ਲੋੜ ਆ। ਸੋ ਐਵਰੀ ਡੇ ਸਥਿਤੀ ਨੂੰ ਪੜ੍ਹ ਕੇ, ਕਿਉਂਕਿ ਮੈਂ ਪਰਸੋਂ ਜਾਣਾ ਸੀ, ਉਦੋਂ ਪੋਲੈਂਡ ਜਾਣਾ ਸੀ, ਇਹਨਾਂ ਨੇ ਮੇਰੀ ਟਿਕਟ ਕੈਂਸਲ ਕਰਾ ਕੇ ਨਹੀਂ ਤੂੰ ਰੋਮੇਨੀਆ ਆਉਣਾ। ਕਿਸਾਨੀ ਅੰਦੋਲਨ ਜਦੋਂ ਹੋਇਆ ਸੀ ਤਾਂ ਉਦੋਂ ਕਿਸੇ ਨੂੰ ਨਹੀਂ ਪਤਾ ਸੀ ਕਿ ਇੰਨਾ ਲੰਬਾ ਵੀ ਚੱਲੂਗਾ। ਉਸ ਤੋਂ ਬਾਅਦ ਤੁਹਾਡੇ ਵੱਲੋਂ ਜਿਸ ਤਰੀਕੇ ਦੇ ਨਾਲ ਉੱਥੇ ਪਹਿਲਕਦਮੀਆਂ ਕੀਤੀਆਂ ਗਈਆਂ, ਟੈਂਟਸ ਲਗਵਾਏ ਗਏ, ਟਾਇਲਟਸ ਦੀ ਜੇਕਰ ਆਪਾਂ ਗੱਲ ਕਰੀਏ, ਤਾਂ ਹਰ ਇੱਕ ਚੀਜ਼ ਤੁਹਾਡੇ ਵੱਲੋਂ ਉਹ ਸੇਵਾਵਾਂ ਨਿਭਾਉਣ ਦੀ ਉੱਤੇ ਕੋਸ਼ਿਸ਼ ਕੀਤੀ। ਹੁਣ ਵੀ ਕੁਛ ਹੈ ਦਿਮਾਗ ਦੇ ਵਿੱਚ ਕਿ ਕਿੰਨਾ ਟਾਈਮ ਉੱਥੇ ਲੱਗ ਸਕਦਾ, ਜਾਂ ਫਿਰ ਹੁਣ ਜਾ ਰਹੇ ਹੋ ਤਾਂ ਹੁਣ ਫਤਿਹ ਕਰਕੇ ਆਓ? ਹਾਂਜੀ 7 ਲੱਖ ਤੋਂ ਵੱਧ ਬਾਰਡਰ ਕ੍ਰਾਸ ਕਰ ਰਿਹਾ, ਜਿਹਦਾ ਘਰ ਹੀ ਡਿਸਟਰੋਏ ਹੋ ਜਾਏਗਾ। ਤੁਸੀਂ ਸੋਚੋ ਉਹਦਾ ਮੈਂਟਲ ਲੈਵਲ ਇਸ ਵੇਲੇ, ਜੇ ਕਿਸੇ ਦਾ ਬੱਚਾ ਮਰ ਗਿਆ ਉਹਦਾ ਮੈਂਟਲ ਲੈਵਲ ਕੀ ਹੋਊਗਾ। ਸੋ ਆਈ ਥਿੰਕ ਐਜ਼ ਅ ਡਾਕਟਰ, ਐਜ਼ ਅ ਟੀਮ, ਸਾਡਾ ਇਹੋ ਹੀ ਹੋਊਗਾ ਕਿ ਜਿੰਨੀ ਦੇਰ ਸਾਡੀ ਲੋੜ ਹੋਵੇ ਉਨੀ ਦੇਰ ਅਸੀਂ ਉੱਥੇ ਰਵਾਂਗੇ। ਭਾਰਤ ਅੰਬੈਸੀ ਜ਼ਰੂਰ ਕਹਿ ਰਹੀ ਹੈ ਕਿ ਅਸੀਂ ਇਵੈਕੂਏਟ ਕਰ ਲਿੱਤੇ ਨੇ, ਪਰ ਅਜੇ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਜੋ ਸਾਨੂੰ ਵੀ ਮੈਸੇਜ ਪਹੁੰਚ ਰਹੇ ਨੇ, ਵੀਡੀਓਜ਼ ਪਹੁੰਚ ਰਹੀਆਂ, ਉਸ ਤੋਂ ਇਹ ਜਾਪਦਾ ਅਜੇ ਵੀ ਬੱਚੇ ਬਸ 400 ਬੱਚਿਆਂ ਦੀ ਘਰ ਦੀ ਗੱਲ ਆ। ਉਹ ਬੱਚੇ ਪੈਦਲ ਨਿਕਲ ਗਏ ਆ। ਹੁਣ ਉਹ ਪੈਦਲ ਨਿਕਲ ਕੇ ਕਿੱਥੇ ਨਿਕਲ ਗਏ ਕੁਛ ਨਹੀਂ ਪਤਾ। ਜਿਹੜੇ ਬੱਚੇ ਟ੍ਰੇਨਾਂ ਤੇ ਬਹਿ ਗਏ ਉਹ ਤੇ ਠੀਕ ਆ, ਬਹੁਤ ਬੱਚੇ ਐਸੇ ਆ ਜਿਹੜੇ ਲਾਪਤਾ ਵਾ, ਉਹਨਾਂ ਦਾ ਕੋਈ ਗਿਣਤੀ ਨਹੀਂ ਆ। ਕੋਈ ਕਿਤੇ ਆ, ਕੋਈ 100 ਕਿਲੋਮੀਟਰ ਤੁਰ ਆਇਆ, ਕੋਈ 80 ਆਇਆ, ਕੋਈ ਕਿਤੇ ਰੁਕ ਗਿਆ, ਉਹਦੇ ਨਾਲ ਕੀ ਹੋ ਗਿਆ ਖੁਦਾ ਇਹ ਕੱਲ੍ਹ ਪਤਾ ਲੱਗਣਾ। ਉਹਦੀ ਵੇਟ ਨਾ ਕਰੋ, ਅੱਜ ਵੀ ਤੁਹਾਡੇ ਕੋਲ ਟਾਈਮ ਆ। ਸਰਕਾਰ ਠੀਕ ਆ ਆਪਣੀ ਤਾਰ ਤੇ, ਜੋ ਵੀ ਕਰਦੀ ਹੋਊਗੀ ਮੈਨੂੰ ਨਹੀਂ ਪਤਾ। ਇਨ ਟੱਚ ਰਹੋ, ਅੰਬੈਸੀ ਨਾਲ ਰਹੋ, ਆਪਣੇ MPs ਨੂੰ ਰਿਕੁਐਸਟ ਕਰੋ ਕਿ ਆਪਾਂ ਜੋ ਕਰ ਸਕਦੇ ਹਾਂ ਆਪਾਂ ਕੀ ਕਰੀਏ। ਸਰਕਾਰ ਆਪਣੀ ਥਾਂ ਤੇ ਕਰੀ ਜਾਵੇ, ਇੰਡੀਵਿਜੂਅਲ ਬੰਦਾ ਵੀ ਆਪਣੇ ਆਪ ਤੇ ਵੀ ਇੱਕ ਬਹੁਤ ਚੀਜ਼ ਹੁੰਦਾ ਵਾ, ਆਪਣੇ ਹੱਥਾਂ 'ਚ ਵੀ ਬੜਾ ਕੁਝ ਹੁੰਦਾ ਵਾ। ਆਪਾਂ ਵੀ ਕੁਝ ਜੋ ਆਪਾਂ ਕਰ ਸਕੀਏ ਆਪਾਂ ਵੀ ਨਾਲ ਕਰੀਏ। ਪੰਜਾਬ ਤੋਂ ਅਜਿਹੀ ਕਿਹੜੀ ਚੀਜ਼ ਨਾਲ ਲੈ ਕੇ ਜਾ ਰਹੇ ਹੋ ਜਿਹੜੀ ਲੱਗਦਾ ਕਿ ਹਾਂ ਉੱਥੇ ਵੀ ਮੋਟੀਵੇਸ਼ਨ ਦਊਗੀ, ਉੱਥੇ ਵੀ ਹਮੇਸ਼ਾ ਮੈਨੂੰ ਇਹ ਅਹਿਸਾਸ ਕਰਾਉਂਦੀ ਰਹੂਗੀ ਕਿ ਹਾਂ ਸੇਵਾ ਕਰਨੀ ਹੈ, ਖਾਸ ਤੌਰ ਦੇ ਉੱਤੇ ਇੱਥੇ ਅਸੀਂ ਸੇਵਾ ਕਰਨ ਵਾਸਤੇ? ਆਪਾਂ ਦਸਤਾਰ ਬਸ ਇਹ ਨਾਲ ਇੱਦਾਂ ਹੀ ਰਹਿਣਾ ਹੈ, ਨਹੀਂ ਚਾਹੀਦਾ ਪਰ ਇਹ ਤੋਂ ਵੱਧ ਕੁਝ ਨਹੀਂ। ਇਹ ਤੁਹਾਡਾ ਗੁਰੂ ਸਾਹਿਬ ਦਾ ਮੈਸੇਜ ਆ, ਗੁਰੂ ਨਾਨਕ ਸਾਹਿਬ ਦਾ ਮੈਸੇਜ ਆ, ਗੁਰੂ ਗੋਬਿੰਦ ਸਿੰਘ ਜੀ ਦਾ ਮੈਸੇਜ ਆ, ਔਰ ਮੈਸੇਜ ਇਹ ਆ ਵਿਦਿਆ, ਇਨਸਾਨੀਅਤ, ਏਕਾ। ਇਨਸਾਨੀਅਤ ਸਭ ਤੋਂ ਵੱਡੀ ਮੈਸੇਜ ਹੈ। ਇਨਸਾਨੀਅਤ ਨੂੰ ਪਿਆਰ ਕਰੋ, ਲੋਕਾਂ ਨੂੰ ਪਿਆਰ ਕਰੋ। ਮੈਂ ਦੇਖ ਰਿਹਾ ਸੀ ਥੋੜਾ ਘੱਟ ਹੈਗਾ, ਠੰਡ ਬਹੁਤ ਜ਼ਿਆਦਾ ਹੈਗੀ, ਕੱਪੜੇ ਪੈਕ ਕਰ ਲੈ ਯਾਰ। ਮੇਰਾ ਕੋਈ ਐਕਚੁਅਲੀ ਮੈਂ ਇੱਕ ਬੈਗ ਲੈ ਕੇ ਚੱਲਾਂ, ਕਿਉਂਕਿ ਉੱਥੇ ਪਤਾ ਨਹੀਂ ਮੇਰੀ ਇਹੋ ਜੈਕਟ ਆ। ਮੈਂ ਸੋਚਦਾ ਮੈਂ ਉੱਥੇ ਜਾ ਕੇ ਲਊਂਗਾ, ਬਿਕੋਜ਼ ਜੈਕਟ ਨਾਲ ਸਾਰਾ ਹੀ ਭਰ ਜਾਂਦਾ। ਹੋਰ ਮੈਂ ਸਕਰਬਸ ਪਾਏ ਆ, ਕੱਪੜੇ ਪਾਏ ਆ, ਪਰ ਮੈਂ ਇਹ ਸੋਚਿਆ ਕਿ ਯਾਰ ਜੋ ਇੱਥੋਂ ਮਿਲਦਾ ਉੱਥੋਂ ਵੀ ਮਿਲ ਹੀ ਜਾਣਾ। ਸੋ ਮੈਂ ਹੋਪ ਦੇ ਨਾਲ ਇੱਕੋ ਬੈਗ ਮੇਰਾ, ਤੇ ਮੈਂ ਉਹ ਉੱਥੋਂ ਜਾ ਕੇ ਵੀ ਲੈ ਲਾਂਗੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਗਗਨਦੀਪ ਸਿੰਘ। ਸੰਸਾਰ ਦੇ ਵਿੱਚ ਜਦੋਂ ਵੀ ਕੋਈ ਵਿਪਤਾ ਆਈ ਹੈ, ਕੋਈ ਮੁਸੀਬਤ ਆਈ ਹੈ, ਤਾਂ ਪੰਜਾਬੀਆਂ ਨੇ ਔਰ ਖਾਸ ਤੌਰ ਦੇ ਉੱਤੇ ਸਿੱਖ ਕੌਮ ਨੇ ਮੂਹਰੇ ਹੋ ਕੇ ਆਪਣੀ ਭੂਮਿਕਾ ਨਿਭਾਈ ਹੈ। ਰੂਸ ਤੇ ਯੂਕਰੇਨ ਦੇ ਦਰਮਿਆਨ ਜੰਗ ਛਿੜੀ ਹੋਈ ਹੈ
ਔਰ ਇਸ ਵੇਲੇ ਹਾਲਾਤ ਤਣਾਅਪੂਰਨ ਬਣਦੇ ਹੋਏ ਨਜ਼ਰ ਆ ਰਹੇ ਨੇ। ਭਾਰਤ ਦੇ ਵਿੱਚ ਮਾਪੇ ਲਗਾਤਾਰ ਇੰਤਜ਼ਾਰ ਕਰ ਰਹੇ ਨੇ ਕਿ ਸਾਡੇ ਬੱਚੇ ਕਦੋਂ ਵਾਪਸ ਦੇਸ਼ ਪਰਤਣਗੇ, ਕਦੋਂ ਉਹਨਾਂ ਦੀ ਕੋਈ ਸੁਖੀ ਸਾਂਦੀ ਰਿਪੋਰਟ ਸਾਨੂੰ ਆਊਗੀ। ਤਾਂ ਉਸੇ ਦਰਮਿਆਨ ਪੰਜਾਬ ਤੋਂ ਖਾਸ ਤੌਰ ਦੇ ਉੱਤੇ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੀਆਂ ਆਵਾਜ਼ਾਂ ਇਹ ਉੱਠ ਰਹੀਆਂ ਨੇ ਕਿ ਸਾਨੂੰ ਮੌਕਾ ਦਿਓ, ਅਸੀਂ ਯੂਕਰੇਨ ਦੇ ਵਿੱਚ ਜਾ ਕੇ ਉੱਥੇ ਸੇਵਾਵਾਂ ਨਿਭਾਉਂਦੇ ਹਾਂ। ਔਰ ਕਿਸਾਨੀ ਅੰਦੋਲਨ ਦੀ ਜੇਕਰ ਗੱਲ ਕਰੀਏ ਤਾਂ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਪ੍ਰਮੁੱਖ ਚਿਹਰਾ ਰਿਹਾ ਡਾਕਟਰ ਸਵੈਮਾਨ ਉਹਨਾਂ ਦਾ, ਜਿਨ੍ਹਾਂ ਨੇ ਅਮਰੀਕਾ ਤੋਂ ਆ ਕੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਆਪਣੀ ਨਿਸ਼ੁਲਕ ਸੇਵਾ ਨਿਭਾਈ। ਔਰ ਹੁਣ ਸਵੈਮਾਨ ਉਹਨਾਂ ਨੇ ਯੂਕਰੇਨ ਯਾਨੀ ਕਿ ਯੂਕਰੇਨ ਬਾਰਡਰ ਦੇ ਉੱਤੇ ਜਾਣ ਦੀ ਤਿਆਰੀ ਖਿੱਚ ਲਿੱਤੀ ਹੈ। ਸਵੈਮਾਨ ਹੋਣੀ ਸਾਡੇ ਨਾਲ ਮੌਜੂਦ ਨੇ। ਸਵੇਰ ਦਾ ਵੇਲਾ ਹੈ, ਕੁਛ ਹੀ ਘੰਟਿਆਂ ਬਾਅਦ ਇਹਨਾਂ ਦੀ ਫਲਾਈਟ ਹੈ। ਸਵੈਮਾਨ ਉਹਨਾਂ ਨੂੰ ਅਸੀਂ ਰਸਤੇ ਦੇ ਵਿੱਚ ਰੋਕਿਆ, ਗੱਲਬਾਤ ਹੋਈ, ਅਸੀਂ ਵੀ ਇੰਤਜ਼ਾਰ ਕੀਤਾ। ਬਾਈ ਸਵਾਗਤ ਹੈ ਪ੍ਰੋ ਪੰਜਾਬੀ। ਸਤਿ ਸ਼੍ਰੀ ਅਕਾਲ ਬਾਈ ਜੀ। ਕਹਿੰਦੇ ਅਜੇ ਤਾਂ ਥਕੇਵਾਂ ਕਿਸਾਨੀ ਅੰਦੋਲਨ ਦਾ ਹੀ ਨਹੀਂ ਉਤਰਿਆ ਸੀਗਾ, ਅਗਲੇ ਮੋਰਚੇ ਦੀ ਵੀ ਤਿਆਰੀ ਖਿੱਚ ਲਈ। ਨਹੀਂ ਚਲੋ ਵੇਖੋ, ਉਹ ਕਰਦੇ ਹਾਂ। ਉਹ ਲੋਕ ਜਿਹੜੇ ਐਸੇ ਮੈਨੂੰ ਯਾਦ ਹੈ ਆਪਾਂ ਅੰਦੋਲਨ 'ਚ ਅਪੀਲਾਂ ਕਰਦੇ ਸਾਂ ਕਿ ਦੁਨੀਆ ਭਰ ਦੇ ਲੋਕੋ ਸਾਡੀ ਹੈਲਪ ਕਰੋ, ਸਰਬੱਤ ਦੇ ਭਲੇ ਦੀ ਗੱਲ ਕਰਦੇ ਸਾਂ। ਅੱਜ ਵੀ ਸਰਬੱਤ ਦੇ ਭਲੇ ਦੀ ਫਿਰ ਗੱਲ ਕਰਨੀ ਪੈਣੀ ਨਾ। ਗੁਰੂ ਨਾਨਕ ਸਾਹਿਬ ਨੇ ਸਾਨੂੰ ਕੀ ਸਿਖਾਇਆ ਕਿ ਜਿੱਥੇ ਲੋੜ ਆ, ਜਿੱਥੇ ਸਾਡੀ ਲੋੜ ਪਵੇ ਉੱਥੇ ਜਾਓ। ਸੋ ਜੇ ਸਾਡੇ ਬੱਚੇ ਅੜੇ ਆ, ਯੂਕਰੇਨੀਅਨ ਅੜੇ ਆ, ਭਾਵੇਂ ਰਸ਼ੀਅਨ ਆ, ਜਿਹੜਾ ਮਰਜ਼ੀ ਹੋਵੇ, ਆਪਾਂ ਆਪਣਾ ਕੰਮ ਕਰੀਏ। ਸੋ ਆਪਣੀ ਫਰਜ਼ ਨਿਭਾਉਣ ਚੱਲੇ ਆ। ਤਾਂ ਥੋੜ੍ਹੇ ਦਿਨ ਪਹਿਲਾਂ ਹੀ ਤੁਹਾਡਾ ਬਿਆਨ ਵੀ ਆਉਂਦਾ ਹੈਗਾ ਕਿ ਕਿਵੇਂ ਉੱਥੇ ਵਿਦਿਆਰਥੀ ਫਸੇ ਹੋਏ ਸੀਗੇ। ਅਜਿਹੀ ਕਿਹੜੀ ਚੀਜ਼ ਤੁਹਾਨੂੰ ਪ੍ਰਭਾਵ ਕਰਦੀ ਹੈਗੀ ਹੈ ਕਿ ਤੁਹਾਨੂੰ ਵੀ ਉੱਥੇ ਜਾਣਾ ਚਾਹੀਦਾ ਹੈਗਾ? ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ, ਕਿਵੇਂ ਸਾਰਾ ਇਹ ਤੁਸੀਂ ਪਲਾਨ ਕੀਤਾ? ਆਈ ਥਿੰਕ ਸਭ ਤੋਂ ਵੱਡੀ ਗੱਲ ਹੈ ਨਾ, ਅਸੀਂ ਆਪਣੇ ਆਪ ਨੂੰ ਪ੍ਰੂਵ ਕਰਦੇ ਹਾਂ ਅਸੀਂ ਸਿੱਖ ਹਾਂ। ਕੁਛ ਲੋਕ ਕਹਿੰਦੇ ਆ ਕਿ ਬਾਈ ਬਸ ਕਿਰਪਾਨ ਫੜ ਲਓ ਤੇ ਸਿੱਖ ਬਣ ਗਿਆ। ਮੈਂ ਫੀਲ ਕਰਦਾ ਕਿ ਹੁਣ ਸਾਨੂੰ ਆਪਣੇ ਆਪ ਨੂੰ ਦਿਖਾਉਣਾ ਪਊਗਾ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਦੱਸਣਾ ਪਊਗਾ ਕਿ ਗੁਰੂ ਸਾਹਿਬ ਨੇ ਇੱਕ ਹੋਰ ਮੈਸੇਜ ਦਿੱਤਾ ਸੀ, ਕਲਮ ਇੱਕ ਦੂਜੇ ਦੀ ਇਨਸਾਨੀਅਤ ਦੀ ਗੱਲ ਕਰਨੀ, ਸਰਬੱਤ ਦੇ ਭਲੇ ਦੀ ਗੱਲ ਕਰਨੀ, ਉਹ ਵੀ ਸਾਨੂੰ ਵੇਖਣਾ। ਸੋ ਆਪਣੇ ਆਪ ਨੂੰ ਕਹਿ ਲਓ ਕਿ ਪ੍ਰੂਵ ਵੀ ਕਰਨਾ ਪੈਂਦਾ ਰੋਜ਼। ਦੂਜੀ ਜਿਹੜੀ ਗੱਲ ਆ ਕਿ ਯੂਕਰੇਨ ਤੋਂ ਕੁਝ ਬੱਚੇ ਸੀ, ਉਹਨਾਂ ਨੇ ਨਾ ਜਦੋਂ ਆਪਣਾ ਅੰਦੋਲਨ ਚੱਲਿਆ ਸੀ, ਮੈਡੀਕਲ ਸਟੂਡੈਂਟ ਸੀ, ਉਹਨਾਂ ਨੇ ਇੱਕ ਸਪੈਸ਼ਲ ਰੱਖਿਆ ਡਾਕਟਰ ਸਵੈਮਨ ਸਾਡੀ ਟੀਮ ਨੂੰ ਥੈਂਕ ਯੂ ਭੇਜਿਆ ਸੀ। ਸਾਡਾ ਸੁਖਮਨ ਹੈ ਜਿਹੜਾ ਡਾਕਟਰ ਸੁਖਮਨ, ਉਹ ਯੂਕਰੇਨ ਦੇ ਪੜ੍ਹੇ ਆ। ਮੇਰੇ ਤੋਂ ਜਿਹੜੀ ਸਾਡੀ ਟੀਮ ਦਿੱਲੀ ਬਾਰਡਰ 'ਤੇ ਜਿਨ੍ਹਾਂ ਨੇ ਕੰਮ ਕੀਤਾ, ਜਰਮਨੀ ਤੋਂ, ਫਰਾਂਸ ਤੋਂ, ਯੂਕੇ ਤੋਂ, ਯੂਕਰੇਨ ਤੋਂ, ਕਹਿ ਲਾਂ ਰਸ਼ੀਆ ਤੋਂ, ਅਮਰੀਕਾ, ਕੈਨੇਡਾ, ਉੱਥੋਂ ਤੇ ਕੀਤਾ ਹੀ ਆ। ਸੋ ਲੋਕਾਂ ਨੇ ਕੰਮ ਕੀਤਾ ਸੀ। ਅੱਜ ਜੇ ਉਹ ਲੋਕ, ਅਸੀਂ ਉਹਨਾਂ ਨੂੰ ਅਪੀਲਾਂ ਕੀਤੀਆਂ, ਉਹ ਸਾਡੇ ਤੱਕ ਪਹੁੰਚੇ, ਅੱਜ ਸਾਡਾ ਫਰਜ਼ ਬਣਦਾ ਕਿ ਉਹਨਾਂ ਦੇ ਤੱਕ ਪਹੁੰਚੀਏ। ਸੋ ਇੱਕ ਆਪਣਾ ਫਰਜ਼ ਨਿਭਾਉਣ ਦੇ ਆ। ਮੈਂ ਕਹਿੰਦਾ ਉਹੀ ਫਰਜ਼ ਹੀ ਨਿਭਾਉਣ ਦੇ, ਇੱਕ ਇਨਸਾਨ ਹੋਣ ਦਾ। ਤਾਂ ਹੁਣ ਪੋਲੈਂਡ ਜਾ ਰਹੇ ਹੈਗੇ ਹੋ ਤੁਸੀਂ? ਸੋ ਮੇਰਾ ਜੋ ਸਾਡਾ ਰਸਤਾ ਬਣਨਾ ਬਰਲਿਨ, ਪਹਿਲਾਂ ਪੋਲੈਂਡ ਜਾਣਾ ਸੀ, ਫਿਰ ਪੋਲੈਂਡ ਪਤਾ ਲੱਗਾ ਕਿ ਉੱਥੇ ਠੀਕ ਹੈ ਸਭ ਕੁਝ, ਮਤਲਬ ਬੈਟਰ ਹੈ ਸਿਚੁਏਸ਼ਨ। ਜਿਹੜੀ ਸਿਚੁਏਸ਼ਨ ਸਾਨੂੰ ਉਹਨਾਂ ਨੇ ਦੱਸੀ ਆ, ਜੋ ਸਾਡੀ ਟੀਮ ਔਨ ਗਰਾਊਂਡ ਕੰਮ ਕਰ ਰਹੀ ਆ, ਕਿ ਰੋਮੇਨੀਆ ਆਓ। ਸੋ ਥਰੂ ਬਰਲਿਨ ਰੋਮੇਨੀਆ। ਔਰ ਜੋ ਅੱਜ ਮੈਨੂੰ ਯੂਕਰੇਨ ਤੋਂ ਖਬਰ ਆ ਰਹੀ ਹੈ ਕਿ ਮੇਬੀ ਸੂਨ ਇਨਫ ਯੂਕਰੇਨ ਦੇ ਅੰਦਰ ਜਾਣ ਦਾ ਵੀ ਸਾਨੂੰ ਮੌਕਾ ਮਿਲੂਗਾ। ਤਾਂ ਪਰਿਵਾਰ ਦਾ ਕਿਹੋ ਜਿਹਾ ਰਿਸਪੌਂਸ ਸੀਗਾ? ਵਾਈਫ ਤੁਹਾਡੇ ਜਦੋਂ ਇੱਥੇ ਵੀ ਆਏ ਸੀਗੇ, ਕਾਫੀ ਟਾਈਮ ਬਾਅਦ ਮੁਲਾਕਾਤ ਹੋਈ ਸੀਗੀ, ਤਾਂ ਹੁਣ ਪਰਿਵਾਰ ਦਾ ਕੀ ਕਹਿਣਾ ਹੈਗਾ? ਠੀਕ ਨੇ ਸਾਰੇ ਸਪੋਰਟਿਵ ਆ। ਵੇਖੋ ਇਹ ਚੀਜ਼ ਮੈਂ ਨਹੀਂ ਕਹੂੰਗਾ ਕਿ ਸੌਖਾ ਨਹੀਂ ਆ, ਕਿਉਂਕਿ ਕੁਛ ਨਹੀਂ ਪਤਾ ਕੀ ਹੁੰਦਾ। ਨਿਊਕਲੀਅਰ ਬੰਬ ਵੀ ਮੈਨੂੰ ਰਸ਼ੀਆ ਨੇ ਬਹੁਤ ਗੱਲਾਂ ਕੀਤੀਆਂ। ਸੋ ਮੈਂ ਨਹੀਂ ਕਹੂੰਗਾ ਕਿ ਕੋਈ ਡਰਦਾ ਨਹੀਂ ਜਾਂ ਐਸੀ ਕੋਈ ਗੱਲ ਨਹੀਂ, ਬਟ ਐਟ ਦੀ ਐਂਡ ਆਫ ਦ ਡੇ ਅਸੀਂ ਸਾਰੇ ਇੱਕ ਹੀ ਆ। ਇਹ ਡਿਸੀਜਨ ਸਾਡਾ ਸਾਰਿਆਂ ਦਾ ਇਕੱਠਾ ਹੀ ਆ। ਔਰ ਅਸੀਂ ਸਮਝਦੇ ਹਾਂ ਕਿ ਅਸੀਂ ਉਹਨਾਂ ਪਰਿਵਾਰਾਂ ਦਾ ਵੀ ਸੋਚਦੇ ਹਾਂ। ਜੇ ਕੋਈ ਪੰਜਾਬੀ ਹੁਣ ਮੁਕਤਸਰ ਸਾਹਿਬ ਤੋਂ ਇਕੱਲਿਓਂ 32 ਪਰਿਵਾਰ ਉੱਥੇ ਅੜੇ ਆ, ਮਤਲਬ ਪਰਿਵਾਰ ਅੜੇ, ਜਦੋਂ ਕਿਸੇ ਦਾ ਜੀ ਉੱਥੇ ਅੜਿਆ, ਪਰਿਵਾਰ ਵੀ ਨਾਲ ਹੀ ਸਾਰਾ ਅੜਿਆ। ਸੋ ਸਾਡਾ ਵੀ ਫਰਜ਼ ਬਣਦਾ। ਜੀ ਮੈਂ ਅਗੇਨ ਕਹਿੰਦਾ, ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ, ਅਸੀਂ ਅਪੀਲਾਂ ਕੀਤੀਆਂ, ਯਾਦ ਆ। ਫਿਰ ਅੱਜ ਸਾਡਾ ਵੀ ਫਰਜ਼ ਬਣਦਾ ਉਹਨਾਂ ਪੰਜਾਬੀਆਂ ਦੀ ਹੈਲਪ ਕਰਨਾ। ਔਰ ਇਨਸਾਨੀਅਤ ਦੇ ਬਾਕੀਆਂ ਦੀ ਤਾਂ ਕਰਨੀ ਆ, ਪਰ ਉਹ ਜਿਹੜੇ ਬੱਚੇ ਭਾਵੇਂ ਮੁਕਤਸਰ ਸਾਹਿਬ ਤੋਂ, ਪੰਜਾਬ ਤੋਂ ਬਹੁਤ ਲੋਕ ਅੜੇ ਆ ਉੱਥੇ। ਹਸਪੀਟਲਾਂ ਵਿੱਚ ਵੀ ਲੋਕ ਨੇ। ਮੈਨੂੰ ਫੋਨ ਆਇਆ ਕਿਸੇ ਦਾ, ਭਰਾ ਜੀ ਬਈ ਯੂਕਰੇਨ ਦੇ ਹਸਪੀਟਲ 'ਚ ਆ, ਤੁਸੀਂ ਡਾਕਟਰ ਸਾਹਿਬ ਕੁਝ ਕਰੋ। ਫਿਰ ਉਹਨਾਂ ਨੂੰ ਕੀ ਜਵਾਬ ਦਿਓਗੇ ਜੇ ਤੁਸੀਂ ਔਨ ਗਰਾਊਂਡ ਨਹੀਂ ਹੋ? ਤੁਸੀਂ ਲਿਟਰਲੀ ਮੈਂ ਕਾਲਸ ਆ ਰਹੀਆਂ ਤਾਂ ਬਹੁਤ ਕਾਲਾਂ ਆ ਰਹੀਆਂ, ਮੈਸੇਜ ਆ ਰਹੇ ਆ, ਔਰ ਅਪੀਲਾਂ ਇਹੋ ਹੀ ਆ ਕਿ ਕੀ ਕਰੀਏ। ਉਹ ਸਾਡੇ ਤੋਂ ਅਸੀਂ ਹੈਲਪ ਵੀ ਕਰ ਪਾਏ ਆ, ਕਿਉਂਕਿ ਔਨ ਗਰਾਊਂਡ ਜਿਹੜੀ ਸਾਡੀ ਟੀਮ ਇੱਕ ਕੰਮ ਕਰ ਰਹੀ ਆ। ਫਿਰ ਦੂਜੀ ਗੱਲ ਇਹ ਆ, ਯੂਕਰੇਨ ਦੇ ਅੰਦਰ ਬੱਚੇ ਆ, ਡਾਕਟਰ ਸੁਖਮਨ ਦੇ ਨਾਲ ਇਨ ਕੰਟੈਕਟ ਰਹੇ ਆ। ਸੋ ਉਹਦੇ ਥਰੂ ਸਾਨੂੰ ਪਤਾ ਲੱਗਦਾ ਰਹਿੰਦਾ। ਸੋ ਜਿੰਨੇ ਜੋਗੇ ਹੈਗੇ, ਪਰ ਆਈ ਥਿੰਕ ਜਦ ਤੱਕ ਤੁਸੀਂ ਔਨ ਗਰਾਊਂਡ ਨਹੀਂ ਹੋ, ਤੁਸੀਂ ਕੰਮ ਨਹੀਂ ਕਰ ਸਕਦੇ। ਸੋ ਆਪ ਜਾਣਾ, ਉੱਥੇ
ਹਾਂ ਫੇਰ ਹੀ, ਕਿਉਂਕਿ ਲੋਕ ਵੀ ਫੇਰ ਹੀ ਅੱਗੇ ਵਧਦੇ ਆ ਯਾਰ, ਹਾਂ ਚਲੋ ਫਿਰ ਸਾਰੇ ਚੱਲੀਏ। ਸੋ ਉਹ ਜਿਹਾ ਮਾਹੌਲ ਬਣਾਉਣਾ ਪੈਂਦਾ। ਸੋ ਆਈ ਥਿੰਕ ਔਨ ਗਰਾਊਂਡ ਆਪ ਹੋਣਾ, ਅੱਗੇ ਲੱਗ ਕੇ ਲੜਨਾ ਬਹੁਤ ਜ਼ਰੂਰੀ ਹੈ। ਰੋਡ ਮੈਪ ਹੁਣ ਕੀ ਤਿਆਰ ਕੀਤਾ ਹੈਗਾ, ਜਾ ਕੇ ਉੱਥੇ ਅਸੈਸਮੈਂਟ ਕਰੋਗੇ? ਕਿਉਂਕਿ ਉੱਥੇ ਜਾ ਕੇ ਪਹਿਲਾਂ ਤੁਹਾਨੂੰ ਵੀ ਸੈਟਲ ਹੋਣ ਦੇ ਵਿੱਚ 1-2 ਦਿਨ ਤਾਂ ਲੱਗ ਜਾਣਗੇ, ਜਾਂ ਉੱਥੇ ਤੁਹਾਡੇ ਇਨ ਟੱਚ ਜੋ ਵੀ ਲੋਕ ਹੋਣਗੇ ਜ਼ਰੂਰ ਤੁਹਾਨੂੰ ਹੈਲਪ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਰੋਡ ਮੈਪ ਹੁਣ ਕੀ ਰਹੂਗਾ, ਕਿਵੇਂ ਉੱਥੇ ਜਾ ਕੇ ਤੁਸੀਂ ਉਸ ਨੂੰ ਅੱਗੇ ਸਿਰੇ ਚੜਾਓਗੇ? ਸੋ ਰੋਡ ਮੈਪ ਇਹ ਵੀ ਆ, ਕੁਛ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਔਨ ਦਾ ਗਰਾਊਂਡ। ਫਿਰ ਸਾਡਾ ਇਨ ਟੱਚ ਆ ਰੈੱਡ ਕਰਾਸ ਦੇ ਨਾਲ, ਇੱਕ ਹੋਰ ਆਰਗੇਨਾਈਜੇਸ਼ਨ ਆ ਡਾਕਟਰਸ ਵਿਦਆਊਟ ਬਾਰਡਰਸ, ਉਹਨਾਂ ਦੇ ਨਾਲ ਇਨ ਟੱਚ ਆ। ਸੋ ਆਪਣੀ ਸਥਿਤੀ ਰੱਖਾਂਗੇ। ਇੱਕ ਯੂਕਰੇਨ ਵਿੱਚ ਮਿਲਟਰੀ ਹਸਪੀਟਲ ਆ, ਉਹਨਾਂ ਦੇ ਨਾਲ ਇਨ ਟੱਚ ਆ ਸਾਡੀ ਆਰਗੇਨਾਈਜੇਸ਼ਨ। ਸੋ ਸਾਰਿਆਂ ਦੇ ਨਾਲ ਬੇਸਿਕਲੀ ਜਦੋਂ ਮੈਂ ਜਰਮਨੀ ਪਹੁੰਚੂੰਗਾ ਉਦੋਂ ਇੱਕ ਵਾਰੀ ਫਿਰ ਰਾਬਤਾ ਕਾਇਮ ਕਰੂੰਗਾ। ਫਿਰ ਉਹਦਾ ਰੀਜ਼ਨ ਹੋਊਗਾ ਕਿ ਮੈਂ ਕਿਹੜੇ ਬਾਰਡਰ ਤੇ ਆਵਾਂ, ਕਿ ਰੋਮੇਨੀਆ ਹੀ ਹਜੇ ਆਵਾਂ ਕਿ ਮੈਂ ਦੂਜੇ ਤੇ ਆਵਾਂ। ਸੋ ਡਿਪੈਂਡ ਔਨ ਕਿੱਥੇ ਲੋੜ ਜ਼ਿਆਦੀ ਆ। ਫਿਰ ਉਸ ਤੋਂ ਬਾਅਦ ਅਗੇਨ ਯੂਕਰੇਨ ਦੇ ਅੰਦਰ ਵਧਣ ਦੀ ਗੱਲ ਹੋਊਗੀ ਕਿ ਕਦੋਂ ਉਹ ਅਲਾਓ ਕਰਦੇ ਆ, ਕਦੋਂ ਅਸੀਂ ਯੂਕਰੇਨ ਦੇ ਅੰਦਰ ਜਾ ਸਕਦੇ ਹਾਂ, ਉਦੋਂ ਕਿਹਨੂੰ ਜਾਣ ਦੀ ਲੋੜ ਆ। ਸੋ ਐਵਰੀ ਡੇ ਸਥਿਤੀ ਨੂੰ ਪੜ੍ਹ ਕੇ, ਕਿਉਂਕਿ ਮੈਂ ਪਰਸੋਂ ਜਾਣਾ ਸੀ, ਉਦੋਂ ਪੋਲੈਂਡ ਜਾਣਾ ਸੀ, ਇਹਨਾਂ ਨੇ ਮੇਰੀ ਟਿਕਟ ਕੈਂਸਲ ਕਰਾ ਕੇ ਨਹੀਂ ਤੂੰ ਰੋਮੇਨੀਆ ਆਉਣਾ, ਫਿਰ ਉਹਦੇ ਕਰਕੇ ਮੇਰਾ ਇੱਕ ਦਿਨ ਡਿਲੇ ਹੋ ਗਿਆ। ਦੂਜੀ ਗੱਲ, ਜਿਹੜੇ ਮੁੰਡੇ ਸਾਡੇ ਜਿਨ੍ਹਾਂ ਦੇ ਵੀਜ਼ੇ ਪੈਂਡਿੰਗ ਆ, ਉਹਦਾ ਪਰ ਹੁਣ ਸੋਚਿਆ ਕਿ ਨਹੀਂ ਵੇਟ ਨਹੀਂ ਕਰੀਏ, ਚੱਲੀਏ ਇੱਕ ਵਾਰੀ ਸ਼ੁਰੂ ਕਰੀਏ। ਬਹੁਤ ਸਾਰੇ ਪੰਜਾਬੀ ਇਹ ਕਹਿ ਰਹੇ ਨੇ, ਅਸੀਂ ਵੀ ਖਬਰਾਂ ਜਦੋਂ ਪਾਉਂਦੇ ਨੀਚੇ ਕਮੈਂਟ ਆਉਣ ਲੱਗ ਜਾਂਦੇ, ਨੰਬਰ ਦੇਣ ਲੱਗ ਜਾਂਦੇ ਕਿ ਅਸੀਂ ਵੀ ਜਾਣਾ ਚਾਹੁੰਦੇ ਹੈਗੇ ਯੂਕਰੇਨ ਦੇ ਵਿੱਚ। ਤਾਂ ਯੂਕਰੇਨ ਨੇ ਕਹਿ ਦਿੱਤਾ ਕਿ ਵੀਜ਼ਾ ਨਹੀਂ ਲੋੜ ਹੈਗੀ, ਬਟ ਜਾਣਾ ਤਾਂ ਹੁਣ ਕਿਸੇ ਹੋਰ ਬਾਰਡਰ ਦੇ ਥਰੂ ਪਊਗਾ, ਤਾਂ ਵੀਜ਼ਾ ਤਾਂ ਉਹਨਾਂ ਨੂੰ ਫਿਰ ਸ਼ੈਨਿੰਗਨ ਹੀ ਲਵਾਉਣਾ ਪੈਣਾ ਹੈਗਾ। ਹਾਂਜੀ। ਸੋ ਅਸੀਂ ਕੰਮ ਕਰ ਰਹੇ ਹਾਂ ਉਹਦੇ ਉੱਪਰ। ਜੇ ਕੋਈ ਇੰਟਰਸਟਿਡ ਆ, ਤੁਸੀਂ ਭਾਵੇਂ ਮੇਰੇ ਵੈਬਸਾਈਟ ਆ fiveriverheart.org, ਉੱਥੇ ਰਜਿਸਟਰ ਕਰਾ ਦਿਓ, ਨਾਮ, ਆਪਣਾ ਟੈਲੀਫੋਨ ਨੰਬਰ ਔਰ ਪਾਸਪੋਰਟ ਹੋਣਾ ਬਹੁਤ ਜ਼ਰੂਰੀ ਆ। ਜਾਂ ਤੁਸੀਂ ਮੇਰੇ ਇੰਸਟਾਗ੍ਰਾਮ ਤੇ ਮੈਨੂੰ ਮੈਸੇਜ ਡ੍ਰੌਪ ਕਰ ਦਿਓ। ਕੋਈ ਟੀਮ ਪੜ੍ਹਦੀ ਹੈ, ਮੈਂ ਨਹੀਂ ਪੜ੍ਹ ਪਾਊਂਗਾ, ਟੀਮ ਦੇ ਵਿੱਚੋਂ ਕੋਈ ਨਾ ਕੋਈ ਉਹ ਪੜ੍ਹ ਕੇ ਤੇ ਤੁਹਾਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰੂਗਾ। WhatsApp ਤੇ ਮੈਸੇਜ ਕਰ ਦੋਗੇ, ਅਗੇਨ ਮੈਂ ਨਹੀਂ ਸ਼ਾਇਦ ਪੜ੍ਹੂੰਗਾ, ਟੀਮ ਦੇ ਵਿੱਚੋਂ ਕੋਈ ਕੰਟੈਕਟ ਕਰੇ। ਪੋਸੀਬਲ ਹੈ ਕਿ ਲੋਕ ਵੀ ਜਾ ਸਕਦੇ ਨੇ, ਤੁਹਾਡੀ ਟੀਮ ਦੇ ਹਿੱਸਾ ਬਣ ਸਕਦੇ? ਹਾਂਜੀ। ਸਾਡੇ ਅਸੀਂ ਇਸ ਟਾਈਮ ਤੇ 8 ਡਾਕਟਰ ਸਾਡੇ ਪਹੁੰਚ ਰਹੇ ਆ। ਸੋ ਜਦੋਂ ਸਥਿਤੀ ਬਦਲੂਗੀ, ਸਾਡਾ ਤੇ ਇਹੋ ਹੀ ਆ, ਵੱਧ ਤੋਂ ਵੱਧ ਆਪਣੀ ਟੀਮ ਨੂੰ ਉੱਥੇ ਲੈ ਕੇ ਜਾਈਏ ਔਰ ਉੱਥੇ ਗਰਾਊਂਡ ਤੇ ਜਿਹੜੇ ਕੰਮ ਕਰਨਾ ਚਾਹੁੰਦੇ ਉਹ ਕਰ ਸਕਣ। ਸੋ ਵੀਜ਼ਾ ਆਬਵੀਅਸਲੀ ਵੀਜ਼ਾ ਉਹ ਹੈਗਾ, ਅਸੀਂ ਉੱਤੇ ਕੰਮ ਕਰ ਰਹੇ ਹਾਂ ਔਰ ਅਪਡੇਟਸ ਸਾਡੀ ਟੀਮ ਵੱਲੋਂ ਆਉਂਦੀਆਂ ਰਹਿਣਗੀਆਂ। ਕਿਸਾਨੀ ਅੰਦੋਲਨ ਜਦੋਂ ਹੋਇਆ ਸੀ ਤਾਂ ਉਦੋਂ ਕਿਸੇ ਨੂੰ ਨਹੀਂ ਪਤਾ ਸੀ ਕਿ ਇੰਨਾ ਲੰਬਾ ਵੀ ਚੱਲੂਗਾ। ਉਸ ਤੋਂ ਬਾਅਦ ਤੁਹਾਡੇ ਵੱਲੋਂ ਜਿਸ ਤਰੀਕੇ ਦੇ ਨਾਲ ਉੱਥੇ ਪਹਿਲ ਕਦਮੀਆਂ ਕੀਤੀਆਂ ਗਈਆਂ, ਟੈਂਟਸ ਲਗਵਾਏ ਗਏ, ਟਾਇਲਟਸ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਹਰ ਇੱਕ ਚੀਜ਼ ਤੁਹਾਡੇ ਵੱਲੋਂ ਉਹ ਸੇਵਾਵਾਂ ਨਿਭਾਉਣ ਦੀ ਉੱਥੇ ਕੋਸ਼ਿਸ਼ ਕੀਤੀ। ਹੁਣ ਵੀ ਕੁਛ ਹੈ ਦਿਮਾਗ ਦੇ ਵਿੱਚ ਕਿ ਕਿੰਨਾ ਟਾਈਮ ਉੱਥੇ ਲੱਗ ਸਕਦਾ, ਜਾਂ ਫਿਰ ਹੁਣ ਜਾ ਰਹੇ ਹੋ ਤਾਂ ਹੁਣ ਫਤਿਹ ਕਰਕੇ ਹੀ ਆਉਂਗੇ? ਹਾਂਜੀ। ਮੇਰੇ ਵੱਲੋਂ ਨਹੀਂ, ਮੇਰੀ ਟੀਮ ਵੱਲੋਂ। ਮੈਂ ਟੀਮ ਹੀ ਕਹਿੰਦਾ, ਔਰ ਟੀਮ ਕਿਹੜੀ ਹੈ? ਸਾਰਾ ਜਹਾਨ, ਜਿਹੜੇ ਲੋਕ ਸਾਡੇ ਨਾਲ ਜੁੜੇ ਦੂਰ ਤੋਂ, ਜਿਨ੍ਹਾਂ ਲਈ ਅਸੀਂ ਹੁਣ ਜਾਣਦੇ ਹਾਂ, ਸੋ ਸਾਰਿਆਂ ਦਾ ਉੱਥੇ ਯੋਗਦਾਨ ਰਿਹਾ। ਉਹਦੇ ਕਰਕੇ ਅਸੀਂ ਉਹ ਅੰਦੋਲਨ ਜਿੱਤਿਆ, ਜਾਂ ਜੋ ਵੀ ਤੁਸੀਂ ਉਹਦਾ ਨਾਮ ਦੇਣਾ ਚਾਹੁੰਦੇ ਉਹ ਦਿੱਤਾ। ਇੱਦਾਂ ਹੀ ਇੱਥੇ ਆ, ਆਈ ਥਿੰਕ ਡੈਡਲਾਈਨ ਨਹੀਂ ਦੇ ਸਕਦਾ ਮੈਂ। ਜਾ ਕੇ ਸਥਿਤੀ ਵੇਖਾਂਗੇ, ਜੇ ਸਾਡੀ ਪ੍ਰਮਾਤਮਾ ਕਰੇ ਸਾਡੀ ਲੋੜ ਹੀ ਨਾ ਪਵੇ, ਅਸੀਂ ਉੱਥੇ ਜਾਈਏ, ਬਾਈ ਪਰਫੈਕਟ ਸਿਚੁਏਸ਼ਨ ਹੈ ਨਾ, ਆ ਜਾਓ ਮੁੜ ਆਈਏ। ਜਾਂ ਹੋ ਸਕਦਾ ਕਿ ਉੱਥੇ ਵਾਕਈ ਸਾਡੀ ਲੋੜ ਹੋਵੇ, ਜੋ ਮੈਨੂੰ ਸਥਿਤੀ ਜਿਹਦੇ ਕਰਕੇ ਜਾ ਰਿਹਾ, ਕਿਉਂਕਿ ਫੋਨ ਕਾਲ ਇੰਨੇ ਆ ਰਹੇ ਆ, ਉਹ ਇਸ ਲਈ ਜਾ ਰਿਹਾ ਨਾ ਕਿ ਲੋਕਾਂ ਨੇ ਫੀਲ ਕਰਾਇਆ ਕਿ ਯਾਰ ਆਓ ਜਾਓ ਯਾਰ, ਲੋੜ ਆ, ਹੈ ਨਾ। ਸੋ ਮੈਂ ਫੀਲ ਮੈਂਟਲ ਹੈਲਥ ਇਸ਼ੂਜ਼ ਬਹੁਤ ਰਾਈਜ਼ ਕਰ ਰਿਹਾ, ਪੇਸ਼ੈਂਟਸ ਬਹੁਤ ਜ਼ਿਆਦਾ ਆ ਉੱਥੇ। 7 ਲੱਖ ਤੋਂ ਵੱਧ ਬਾਰਡਰ ਕ੍ਰਾਸ ਕਰ ਰਿਹਾ, ਜਿਹਦਾ ਘਰ ਹੀ ਡਿਸਟਰੋਏ ਹੋ ਜਾਏਗਾ। ਤੁਸੀਂ ਸੋਚੋ ਉਹਦਾ ਮੈਂਟਲ ਲੈਵਲ ਇਸ ਵੇਲੇ, ਕਿ ਜੇ ਕਿਸੇ ਦਾ ਬੱਚਾ ਮਰ ਗਿਆ ਉਹਦਾ ਮੈਂਟਲ ਲੈਵਲ ਕੀ ਹੋਊਗਾ। ਸੋ ਆਈ ਥਿੰਕ ਐਜ਼ ਅ ਡਾਕਟਰ, ਐਜ਼ ਅ ਟੀਮ, ਸਾਡਾ ਇਹੋ ਹੀ ਹੋਊਗਾ ਕਿ ਜਿੰਨੀ ਦੇਰ ਸਾਡੀ ਲੋੜ ਹੋਵੇ ਉਨੀ ਦੇਰ ਅਸੀਂ ਉੱਥੇ ਰਵਾਂਗੇ। ਬੀਇੰਗ ਅ ਡਾਕਟਰ ਕੀ ਸੇਵਾਵਾਂ ਰਹਿਣਗੀਆਂ ਉੱਥੇ? ਕੀ ਲੱਗਦਾ ਕਿ ਜਾਂਦੇ ਸਾਰ ਹੀ ਜਿਹੜੇ ਲੋਕ ਵੀ ਬਾਰਡਰ ਕ੍ਰਾਸ ਕਰ ਰਹੇ ਹੋਣਗੇ ਉਹਨਾਂ ਨੂੰ ਫਰਸਟ ਏਡ ਦੀ ਲੋੜ ਹੋਏਗੀ? ਕਿਉਂਕਿ ਬਹੁਤ ਸਾਰੇ ਕਿਲੋਮੀਟਰ ਜਿਹੜੇ ਇਹਨਾਂ ਨੂੰ ਪੈਦਲ ਹੀ ਤੁਰ ਕੇ ਆਉਣਾ ਪੈ ਰਿਹਾ ਹੈਗਾ, ਭੁੱਖੇ ਭਾਣੇ ਹੈਗੇ ਨੇ, ਠੰਡ ਬਹੁਤ ਜ਼ਿਆਦਾ ਹੈਗੀ ਹੈ। ਤਾਂ ਇਹਨਾਂ ਚੀਜ਼ਾਂ ਦੇ ਵਿੱਚ ਕੀ ਚੀਜ਼ਾਂ ਤੁਹਾਡੇ ਵੱਲੋਂ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਦਿੱਤੀਆਂ ਜਾਣਗੀਆਂ? ਮੈਂ ਬੀਇੰਗ ਅ ਕਾਰਡੀਓਲੋਜਿਸਟ, ਸਾਡੇ ਨਾਲ ਹੋਰ ਵੀ ਇੰਟਰਨਲ ਮੈਡੀਸਨ ਸਾਰੇ। ਸੋ ਇੱਕ ਚੀਜ਼ ਆ, ਇੱਕ ਸੱਟ ਹੁੰਦੀ ਜਿਹੜੀ ਬਾਹਰ ਦੀ ਸੱਟ ਆ, ਇੱਕ ਵੱਡੀ ਸੱਟ ਹੈ ਜਿਹੜੀ ਅਸੀਂ ਪੜ੍ਹ ਨਹੀਂ ਪਾਉਂਦੇ, ਦਿਮਾਗੀ ਸੱਟ ਆ। ਸੋ ਸਭ ਤੋਂ ਜ਼ਿਆਦਾ ਵੱਡਾ ਹੋਊਗਾ ਕਿ ਹਰ ਇੱਕ ਪੇਸ਼ੈਂਟ, ਹਰ ਇੱਕ ਜਿਹੜਾ ਉਹ ਪਰਸਨ ਬਾਰਡਰ ਕ੍ਰਾਸ ਕਰਦਾ, ਉਹਨੂੰ ਸਾਰਿਆਂ ਨੂੰ ਚਾਹੀਦਾ ਕਿ ਇੱਕ ਵਾਰੀ ਉਹਨੂੰ ਉਹਦਾ ਮੈਂਟਲ ਲੈਵਲ ਜ਼ਰੂਰ ਚੈੱਕ ਕਰ ਲੈਣਾ, ਉਹਨੂੰ ਉਤਸ਼ਾਹ ਦੇਣ ਕਿ ਯਾਰ ਕੋਈ ਗੱਲ ਨਹੀਂ, ਹੋ ਗਿਆ ਜੋ ਹੋਣਾ ਹੋ ਗਿਆ, ਆਪਾਂ ਕੋਈ ਨਾ ਵਰਕ ਕਰ ਸਕਦੇ ਹਾਂ ਔਰ ਤੇਰੀ ਲਾਈਫ ਫਿਰ ਨੋਰਮਲ ਹੋ ਜਾਊਗੀ, ਤੂੰ ਵਰੀ ਨਾ ਕਰ। ਸੋ ਮੈਂਟਲ ਹੈਲਥ 'ਤੇ ਵੀ ਕੰਮ ਕਰਾਂਗੇ, ਜਿਹੜੀਆਂ ਜੇ ਕੋਈ ਫਸਟ ਏਡ ਆ ਉੱਤੇ ਵੀ ਕੰਮ ਕਰਾਂਗੇ, ਬਲੱਡ ਪ੍ਰੈਸ਼ਰ, ਹਾਈਪਰਟੈਂਸ਼ਨ ਜਾਂ ਡਾਇਬੈਟਿਕ ਪੇਸ਼ੈਂਟਸ ਵੀ ਆਉਣਗੇ ਜਿਨ੍ਹਾਂ ਨੇ ਆਪਣੀਆਂ ਦਵਾਈਆਂ ਨਹੀਂ ਨਾਲ ਲੈ ਕੇ ਆਉਂਦੀਆਂ ਹੋਣਗੀਆਂ, ਉੱਤੇ ਵੀ ਕੰਮ ਕਰਨਾ ਪਊਗਾ, ਉਹ ਵੀ ਕਰਾਂਗੇ। ਔਰ ਆਮ ਸ਼ੋਰ ਔਨ ਦਾ ਗਰਾਊਂਡ ਉੱਥੇ ਪਹੁੰਚ ਕੇ ਹੋਣਗੇ ਮੈਡੀਕਲ ਏਡਸ ਟੀਮਸ ਕੰਮ ਕਰ ਰਹੀਆਂ, ਉਹ ਵੀ ਕਰ ਰਹੀਆਂ ਹੋਣਗੀਆਂ, ਉਹਨਾਂ ਦਾ ਸਾਥ ਦੇਵਾਂਗੇ। ਪਰ
ਜੇ ਮੈਡੀਕਲ ਏਡ ਤੋਂ ਹੋਰ ਵੀ ਕੁਝ ਕਰਨਾ ਪਿਆ, ਮੈਂ ਇਹ ਗੱਲ ਮੇਰਾ ਮੰਨਿਆ ਮੈਡੀਕਲ ਹੀ ਸਾਨੂੰ ਕਰਨਾ ਪਵੇ, ਪਰ ਜੇ ਹੋਰ ਵੀ ਕੁਝ ਕਰਨਾ, ਇਦਾਂ ਹੀ ਦਿੱਲੀ ਅੰਦੋਲਨ 'ਚ ਆਏ ਸਾਂ ਮੈਡੀਕਲ ਹੀ ਦੇਣ ਆਏ ਸਾਂ, ਪਰ ਜੋ ਵੀ ਕੋਈ ਸਾਡਾ ਕਰਨਾ ਪਿਆ, ਕਿਉਂਕਿ ਮੈਂ ਇਨ ਟੱਚ ਆ ਇਟਲੀ ਦੇ ਕੁਝ ਗੁਰਦੁਆਰਿਆਂ ਨਾਲ, ਜਰਮਨੀ ਦੇ ਗੁਰਦੁਆਰਿਆਂ ਨਾਲ, ਸੋ ਉਹ ਵੀ ਰੈਡੀ ਆ। ਔਰ ਐਜ਼ ਅ ਕਲੈਕਟਿਵ ਐਫਰਟ ਜੋ ਵੀ ਅਸੀਂ ਕਰਨਾ ਪਊਗਾ ਉਹ ਕਰਾਂਗੇ, ਕਿਉਂਕਿ 7 ਲੱਖ ਲੋਕ ਬਾਹਰ ਜਾ ਚੁੱਕੇ ਆ ਯੂਕਰੇਨ ਤੋਂ। 7 ਲੱਖ ਕੋਈ ਇੱਕ ਆਰਗੇਨਾਈਜੇਸ਼ਨ ਕਵੇ ਕਿ ਮੈਂ ਹੀ ਹੁਣ ਸਾਰਾ ਕੁਝ ਕਰਨਾ, ਜਾਂ ਇੱਕ ਗੁਰਦੁਆਰਾ ਸਾਹਿਬ ਹੀ ਕਹਿਣ ਕਿ ਅਸੀਂ ਸਾਰਾ ਕੁਝ ਕਰਨਾ, ਜਾਂ ਕੋਈ ਰੈੱਡ ਕ੍ਰਾਸ ਕਵੇ ਮੈਂ ਹੀ ਸਾਰਾ ਕੁਝ, ਉਹ ਨਹੀਂ ਪੋਸੀਬਲ ਹੋਊਗਾ। ਸਾਰਿਆਂ ਨੂੰ ਉੱਥੇ ਐਫਰਟ ਦੇਣਾ ਪਊਗਾ। ਔਰ ਮੈਂ ਇਹੋ ਹੀ ਪੰਜਾਬੀਆਂ ਨੂੰ ਕਹੂੰਗਾ, ਜਿੱਦਾਂ ਤੁਸੀਂ ਸਾਈਨ ਫੜ ਕੇ ਮੋਹਾਲੀ ਦੇ ਬਾਰਡਰ ਖਲੋਗੇ ਸੀ, ਜਾਂ ਸਿੰਗਰਾਂ ਨੂੰ ਕਹੂੰਗਾ ਜਿੱਦਾਂ ਤੁਸੀਂ ਉਦੋਂ ਅਪੀਲਾਂ ਕਰਦੇ ਸੀ, ਉਹੀ ਟਾਈਮ ਆ। ਕਿਉਂਕਿ ਇਹ ਗੱਲ ਯਾਦ ਰੱਖਿਓ ਕਿ ਜਿੱਦਾਂ ਤੁਹਾਡੇ ਤੇ ਇੱਕ ਟਾਈਮ ਆਇਆ ਸੀ, ਕੱਲ ਫੇਰ ਆ ਸਕਦਾ। ਤੁਸੀਂ ਫੇਰ ਅਪੀਲਾਂ ਕਰਨੀਆਂ ਯੂਰਪ ਵਾਲਿਆਂ ਨੂੰ, ਬਸ ਇੰਨਾ ਉਹਨਾਂ ਨੂੰ ਅਹਿਸਾਸ ਦਿਵਾ ਦਿਓ ਕਿ ਬਾਈ ਤੁਸੀਂ ਸਾਡੇ ਨਾਲ ਖੜੇ ਸੀ, ਅਸੀਂ ਤੁਹਾਡੇ ਨਾਲ ਖੜੇ ਹਾਂ। ਕਿਸਾਨੀ ਅੰਦੋਲਨ ਵੀ ਜਦੋਂ ਹੋਇਆ ਤਾਂ ਅਸੀਂ ਵੇਖਿਆ ਕਿ ਪੂਰੇ ਵਿਦੇਸ਼ਾਂ ਭਰ ਤੋਂ ਲੋਕਾਂ ਨੇ ਉੱਥੇ ਖੜੇ ਹੋ ਕੇ ਹਾਂ ਦਾ ਨਾਰਾ ਮਾਰਿਆ ਕਿ ਇਹ ਗਲਤ ਹੈ, ਖੇਤੀ ਕਾਨੂੰਨ ਗਲਤ ਹੈਗੇ ਨੇ। ਹੁਣ ਲੱਗਦਾ ਕਿ ਆਪਣਾ ਨੂੰ ਇੱਥੇ ਵੀ ਲੋੜ ਹੈਗੀ ਹੈ, ਪੰਜਾਬੀਆਂ ਨੂੰ ਵੀ ਲੋੜ ਹੈ, ਭਾਰਤੀਆਂ ਨੂੰ ਵੀ ਲੋੜ ਹੈਗੀ ਹੈ। ਵੇਖੋ ਗੱਲ ਗਲਤ ਦੀ ਨਹੀਂ, ਅਗੇਨ ਗਲਤ ਦੀ ਗੱਲ ਨਹੀਂ, ਆਪਾਂ ਸੇਵਾ ਦੀ ਗੱਲ ਕਰਨੀ ਹੈ ਨਾ। ਰਸ਼ੀਆ ਮਾੜਾ ਹੋਵੇ, ਯੂਕਰੇਨ ਮਾੜਾ ਹੋਵੇ, ਸਾਨੂੰ ਨਹੀਂ ਉਹਨਾਂ ਕੋਈ ਲੈਣ ਦੇਣਾ ਹੈਗਾ, ਪਰ ਉੱਥੇ ਕਿਤਨਾ ਮਾਨਵਤਾ ਦੀ ਗੱਲ ਕਰੋ। ਸਾਈਡ ਪਿਕ ਕਰਨ ਦੀ ਲੋੜ ਨਹੀਂ ਕਿ ਰਸ਼ੀਆ, ਕੋਈ ਲੋਕ ਮੈਨੂੰ ਪਤਾ ਲੜੀ ਜਾਂਦੇ ਸੋਸ਼ਲ ਮੀਡੀਆ ਤੇ ਰਸ਼ੀਆ ਮਾੜਾ ਜੀ, ਉਹ ਯਾਰ ਡਜ਼ਨਟ ਮੈਟਰ, ਉਹ ਨਹੀਂ ਗੱਲ। ਅਗੇਨ ਗੱਲ ਸਿੱਖ ਹੋਣ ਦੀ ਆ ਜਾਂਦੀ ਆ, ਸਰਬੱਤ ਤੇ ਭਲੇ ਦੀ ਆ ਜਾਂਦੀ ਆ। ਤਾਂ ਦੋਵੇਂ ਮੁਲਕਾਂ 'ਚ ਹੀ ਹੈ ਨਾ। ਮੈਂ ਸਿੱਖ ਵੀ, ਮੈਂ ਸੌਰੀ ਜੇ ਮੈਂ ਗੱਲ ਜ਼ਿਆਦਾ ਵਾਰੀ ਕਹਿਣਾ, ਹਿੰਦੂ ਵੀ ਹੋ, ਕ੍ਰਿਸਚਨ ਵੀ ਹੋ, ਮੁਸਲਮਾਨ ਵੀ ਹੋ, ਇੱਕ ਚੰਗੇ ਇਨਸਾਨ ਦੀ ਗੱਲ ਆ ਜਾਂਦੀ ਆ, ਇਨਸਾਨੀਅਤ ਦਾ ਫਰਜ਼ ਨਿਭਾਉਣ ਦੀ ਆ ਜਾਂਦੀ ਆ। ਔਰ ਇਕੱਲਾ ਕਿਤਾਬਾਂ ਵਿੱਚ ਨਹੀਂ, ਪ੍ਰੈਕਟੀਕਲ ਵਿੱਚ ਆਪਾਂ ਨੂੰ ਮੌਕਾ ਮਿਲਿਆ, ਉਹ ਪ੍ਰਮਾਤਮਾ ਵੱਲੋਂ ਮੌਕਾ ਨਾ ਹੀ ਮਿਲੇ ਕਦੀ ਦੁਬਾਰਾ, ਪਰ ਜੇ ਮਿਲਿਆ ਵਾ ਤੇ ਉਹਨੂੰ ਆਪਣਾ ਫਰਜ਼ ਨਿਭਾਓ। ਜੇ ਤੁਸੀਂ ਉੱਥੇ ਨਹੀਂ ਜਾ ਸਕਦੇ, ਇੱਥੇ ਆਪਣੇ ਸੋਸ਼ਲ ਮੀਡੀਆ ਤੇ ਅਵੇਅਰਨੈਸ ਕ੍ਰੀਏਟ ਕਰੋ, ਯੂਨਾਈਟਿਡ ਨੇਸ਼ਨਸ ਨੂੰ ਲਿਖੋ, ਆਪਣੇ ਸੈਨੇਟਰਸ ਨੂੰ ਲਿਖ ਲਓ, ਐਮਪੀਜ਼ ਨੂੰ ਲਿਖੋ ਕਿ ਬਾਈ ਕੁਛ ਕਰੋ। ਔਰ ਮੈਂ ਇੰਡੀਅਨ ਹੋਣ ਦੇ ਨਾਤੇ ਤੁਹਾਨੂੰ ਦੱਸ ਦਿੰਦਾ ਕਿ ਤੁਹਾਨੂੰ ਸ਼ਾਇਦ ਪਤਾ ਵੀ ਨਹੀਂ ਆ, ਪੰਜਾਬੀ ਮੈਨੂੰ ਨਹੀਂ ਪਤਾ ਕਿਉਂ ਨਹੀਂ ਜਾਗ ਰਹੇ, ਐਡਾ ਵੱਡਾ ਮਸਲਾ ਵਾ, ਇੰਨੇ ਤੁਹਾਡੇ ਬੱਚੇ ਉੱਥੇ ਫਸੇ ਪਏ ਆ। ਔਰ ਮੈਂ ਫੀਲ ਕਰ ਰਿਹਾ ਉਹ ਅਵੇਅਰਨੈਸ ਨਹੀਂ ਹੈਗੀ ਯਾਰ, ਤੁਸੀਂ ਸੋਚਦੇ ਹੀ ਨਹੀਂ ਹੋ ਕਿ ਤੁਹਾਡੇ ਨਾਲ ਹੋ ਕੀ ਰਿਹਾ, ਤੁਹਾਡੇ ਬੱਚੇ ਉੱਥੇ ਫਸੇ ਪਏ ਆ। ਔਰ ਕੋਈ, ਮੈਂ ਸੱਚੀ ਆਈ ਫੀਲ ਲਾਈਕ ਕਿ ਆਪਾਂ ਡਲ ਆ, ਪਤਾ ਨਹੀਂ ਕਿਉਂ ਡਲ ਆ। ਲੋਕੀ ਬਹੁਤ ਮਾੜੀ ਸਥਿਤੀ 'ਚ ਆ। ਕੱਲ ਕੀਵ ਦੇ ਨਾਲ ਦੇ ਸ਼ਹਿਰ ਦੇ ਵਿੱਚ 400 ਬੱਚਾ ਉੱਥੇ ਫਸਿਆ ਸੀ ਟ੍ਰੇਨ ਸਟੇਸ਼ਨ ਤੇ। ਉਹਨਾਂ ਨੂੰ ਟ੍ਰੇਨ ਤੇ ਨਹੀਂ ਚੜ੍ਹਨ ਦਿੰਦੇ ਸੀ, ਉਹਨਾਂ ਨਾਲ ਰੇਸਿਜ਼ਮ ਹੁੰਦਿਆ ਸੀ, ਉਹਨਾਂ ਦੇ ਫੋਨ ਫੜੇ ਜਾਂਦੇ ਸੀ ਜੇ ਉਹ ਰਿਕਾਰਡ ਕਰਨ ਦੀ ਕੋਸ਼ਿਸ਼ ਕਰਦੇ ਸੀ। ਸੋ ਜੇ ਆਪਾਂ ਨਹੀਂ ਬੋਲਾਂਗੇ ਯਾਰ ਤੁਹਾਡੇ ਲਈ ਕੌਣ ਬੋਲੂਗਾ। ਔਰ ਮੈਂ ਸੱਚੀ ਹੈਰਾਨ ਆ ਜਿਹੜੇ ਲੋਕ ਨਹੀਂ ਬੋਲਣ ਦੇ ਕਿ ਆਈ ਮੀਨ ਡਲ ਮੈਂ ਸੱਚੀ ਮੇਰੇ ਕੋਲ ਵਰਡਸ ਨਹੀਂ ਹੈਗੇ, ਪਰ ਮੈਂ ਪੰਜਾਬੀਆਂ ਨੂੰ ਕਹੂੰਗਾ ਥੋੜ੍ਹਾ ਜਿਹਾ ਜ਼ਰੂਰ ਇਹ ਤੋਂ ਪੜ੍ਹੋ। ਤੁਹਾਡੇ ਬੱਚੇ ਆ, ਉਹ ਡਾਕਟਰ ਉਹੀ ਆ ਜਿਨ੍ਹਾਂ ਨੇ ਕੱਲ੍ਹ ਆ ਕੇ ਤੁਹਾਡੀ ਸੇਵਾ ਕਰਨੀ ਸੀ ਪੰਜਾਬ ਦੇ ਵਿੱਚ। ਸੋ ਕੋਈ ਬਾਹਰਲੇ ਨਹੀਂ ਆ, ਉਹਨਾਂ ਦਾ ਪਰਿਵਾਰਾਂ ਦਾ ਸਾਥ ਬਣੋ। ਜਿਹੜੇ ਤੁਹਾਡੇ ਇੱਥੇ ਐਮਪੀਜ਼ ਆ ਉਹਨਾਂ ਨੂੰ ਲਿਖੋ, ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰੋ। ਔਰ ਆਈ ਐਮ ਸ਼ੋਰ ਸਰਕਾਰ ਕਰ ਰਹੀ ਆ, ਉਹਨਾਂ ਦੀ ਹੈਲਪ ਕਰੋ, ਉਹਨਾਂ ਦੇ ਰਾਹ 'ਚ ਨਾ ਆਓ, ਉਹਨਾਂ ਨੂੰ ਪੁੱਛੋ, ਸਰਕਾਰ ਨੂੰ ਸਗੋਂ ਲਿਖੋ ਕਿ ਮੈਂ ਕੀ ਕਰ ਸਕਦਾ। ਆ ਜਾਓ ਯੂਕਰੇਨ ਚੱਲੀਏ, ਆ ਜਾਓ ਪੋਲੈਂਡ ਚੱਲੀਏ, ਉੱਥੇ ਜਾ ਕੇ ਸੇਵਾ ਕਰੀਏ, ਨਾਲ ਤੁਹਾਡੇ ਬੱਚੇ ਕੱਢੀਏ, ਨਾਲ ਹੋਰ ਬੱਚੇ ਕੱਢੀਏ। ਸੋ ਆਪਣੇ ਅਗੇਨ ਗੱਲ ਆਉਂਦੀ ਆ, ਸਾਰਾ ਆਪਾਂ ਨਾ ਸਦਾ ਪੁੱਛਦੇ ਆ ਮੇਰਾ ਦੇਸ਼ ਯਾਰ ਮੇਰੇ ਲਈ ਕੁਛ ਨਹੀਂ ਕਰਦਾ, ਪੰਜਾਬ ਨੇ ਮੇਰੇ ਲਈ ਕੀਤਾ, ਐਮਐਲਏ ਮੇਰੇ ਲਈ ਨਹੀਂ। ਤੁਸੀਂ ਇਹ ਕਹੋ ਕਿ ਮੈਂ ਆਪਣੇ ਦੇਸ਼ ਲਈ ਕੀ ਕਰਨਾ, ਮੈਂ ਆਪਣੇ ਐਮਐਲਏ ਲਈ ਕੀ ਕਰਨਾ, ਮੈਂ ਆਪਣੇ ਐਮਪੀ ਲਈ ਕਰਨਾ, ਮੈਂ ਆਪਣੇ ਅਗੇਨ ਲੋਕਾਂ ਲਈ ਕੀ ਕਰ ਸਕਦਾ। ਔਰ ਇਹ ਮੌਕਾ ਵਾ ਆਪਣੇ ਲੋਕਾਂ ਲਈ ਕੁਛ ਕਰਨ ਦਾ। ਲਗਾਤਾਰ ਭਾਰਤ ਅੰਬੈਸੀ ਜੋ ਹੈ ਉਹ ਐਡਵਾਈਜ਼ਰੀ ਜਾਰੀ ਕਰ ਰਹੀ ਹੈ। ਅੱਜ ਵੀ ਡੂਜ਼ ਐਂਡ ਡੋਨਟਸ ਉਹਨਾਂ ਦੇ ਵੱਲੋਂ ਜਾਰੀ ਕੀਤੇ ਗਏ ਹੈ। ਕੱਲ ਖਾਰਕਿਵ ਛੱਡਣ ਦੀ ਜਿਹੜਾ ਸੀਗਾ ਟਾਈਮ 6 ਵਜੇ ਦਾ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਸੀਗਾ। ਪਰ ਕੀ ਸਿਚੁਏਸ਼ਨ ਅਜੇ ਤੁਹਾਨੂੰ ਨਜ਼ਰ ਆ ਰਹੀ ਹੈ? ਇਨ ਟੱਚ ਤੁਸੀਂ ਲਗਾਤਾਰ ਹੈਗੇ ਹੋ, ਅਜੇ ਵੀ ਫਸੇ ਹੋਏ ਨੇ? ਕਿਉਂਕਿ ਉਹ ਭਾਰਤ ਅੰਬੈਸੀ ਜ਼ਰੂਰ ਕਹਿ ਰਹੀ ਹੈ ਕਿ ਅਸੀਂ ਇਵੈਕੂਏਟ ਕਰ ਲਿੱਤੇ ਨੇ, ਪਰ ਅਜੇ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਜੋ ਸਾਨੂੰ ਵੀ ਮੈਸੇਜ ਪਹੁੰਚ ਰਹੇ ਨੇ, ਵੀਡੀਓਜ਼ ਪਹੁੰਚ ਰਹੀਆਂ, ਉਸ ਤੋਂ ਇਹ ਜਾਪਦਾ ਅਜੇ ਵੀ ਬੱਚੇ ਫਸੇ ਭਾਈ ਕੱਲੀ ਅੰਬੈਸੀ ਦਾ ਕੰਮ ਨਹੀਂ ਹੈ। ਮੈਂ ਤੁਹਾਨੂੰ ਦੱਸ ਰਿਹਾ, ਆਪਾਂ ਸਦਾ ਨਾ ਸਰਕਾਰ ਨੂੰ ਭੰਡਣ ਤੇ ਮਿੰਟ ਨਹੀਂ ਲਾਉਂਦੇ। ਸਰਕਾਰ ਆ ਕਰ ਲੇ, ਕੱਲੀ ਅੰਬੈਸੀ ਕੀ ਕਰੂਗੀ, ਇੱਕ ਅੰਬੈਸੀ ਕੀ ਕਰ ਲਊਗੀ? ਐਟ ਦੀ ਐਂਡ ਆਫ ਦ ਡੇ ਤੁਹਾਨੂੰ ਵੀ ਉੱਥੇ ਵੇਖਣਾ ਪੈਣਾ। ਗੱਲ ਇਹ ਆ, ਗੱਲ ਵੇਖੋ ਖਾਰਕਿਵ ਦੇ ਮੁੰਡਿਆਂ ਨਾਲ, ਅਸੀਂ ਬੱਚਿਆਂ ਨਾਲ ਉੱਥੇ ਔਨ ਗਰਾਊਂਡ ਇੱਕ ਮੁੰਡਾ ਸੀ ਜਿਹੜਾ ਸਾਨੂੰ ਰਿਪੋਰਟ ਦੇਣ ਦਿਆ ਸੀ। ਉੱਥੇ ਜੋ ਮੈਂ ਗੱਲ 400 ਬੱਚਿਆਂ ਦੀ ਖਾਰਕਿਵ ਦੀ ਗੱਲ ਆ, ਉਹ ਬੱਚੇ ਪੈਦਲ ਨਿਕਲ ਗਏ ਆ। ਹੁਣ ਉਹ ਪੈਦਲ ਨਿਕਲ ਕੇ ਕਿੱਥੇ ਨਿਕਲ ਗਏ ਕੁਛ ਨਹੀਂ ਪਤਾ। ਜਿਹੜੇ ਬੱਚੇ ਟ੍ਰੇਨਾਂ ਤੇ ਬਹਿ ਗਏ ਉਹ ਤੇ ਠੀਕ ਆ, ਬਹੁਤ ਬੱਚੇ ਐਸੇ ਆ ਜਿਹੜੇ ਲਾਪਤਾ ਵਾ, ਉਹਨਾਂ ਦਾ ਕੋਈ ਗਿਣਤੀ ਨਹੀਂ ਆ। ਕੋਈ ਕਿਤੇ ਆ, ਕੋਈ 100 ਕਿਲੋਮੀਟਰ ਤੁਰ ਆਇਆ, ਕੋਈ 80 ਆਇਆ, ਕੋਈ ਕਿਤੇ ਰੁਕ ਗਿਆ, ਉਹਦੇ ਨਾਲ ਕੀ ਹੋ ਗਿਆ ਖੁਦਾ ਇਹ ਕੱਲ ਪਤਾ ਲੱਗਣਾ। ਉਹਦੀ ਵੇਟ ਨਾ ਕਰੋ, ਅੱਜ ਵੀ ਤੁਹਾਡੇ ਕੋਲ ਟਾਈਮ ਆ। ਸਰਕਾਰ ਠੀਕ ਆ ਆਪਣੀ ਤਾਰ ਤੇ ਜੋ ਵੀ ਕਰਦੀ ਹੋਊਗੀ ਮੈਨੂੰ ਨਹੀਂ ਪਤਾ। ਇਨ ਟੱਚ ਰਹੋ, ਅੰਬੈਸੀ ਨਾਲ ਰਹੋ, ਆਪਣੇ ਐਮਪੀਜ਼ ਨੂੰ ਰਿਕੁਐਸਟ ਕਰੋ ਕਿ ਆਪਾਂ ਜੋ ਕਰ ਸਕਦੇ ਹਾਂ ਆਪਾਂ ਕੀ ਕਰੀਏ। ਸਰਕਾਰ ਆਪਣੀ ਥਾਂ ਤੇ ਕਰੀ ਜਾਵੇ, ਇੰਡੀਵਿਜੂਅਲ ਬੰਦਾ ਵੀ ਆਪਣੇ ਆਪ ਤੇ ਵੀ ਇੱਕ ਬਹੁਤ ਚੀਜ਼ ਹੁੰਦਾ ਵਾ, ਆਪਣੇ ਹੱਥਾਂ 'ਚ ਵੀ ਬੜਾ ਕੁਝ ਹੁੰਦਾ ਵਾ। ਆਪਾਂ ਵੀ ਕੁਝ ਜੋ ਆਪਾਂ ਕਰ ਸਕੀਏ ਆਪਾਂ ਵੀ ਨਾਲ ਕਰੀਏ।
ਅਖੀਰ ਦੇ ਵਿੱਚ ਪੰਜਾਬ ਤੋਂ ਅਜਿਹੀ ਕਿਹੜੀ ਚੀਜ਼ ਨਾਲ ਲੈ ਕੇ ਜਾ ਰਹੇ ਹੋ ਜਿਹੜੀ ਲੱਗਦਾ ਕਿ ਹਾਂ ਉੱਥੇ ਵੀ ਮੋਟੀਵੇਸ਼ਨ ਦਊਗੀ, ਉੱਥੇ ਵੀ ਹਮੇਸ਼ਾ ਮੈਨੂੰ ਇਹ ਅਹਿਸਾਸ ਕਰਾਉਂਦੀ ਰਹੂਗੀ ਕਿ ਹਾਂ ਸੇਵਾ ਕਰਨੀ ਹੈ, ਖਾਸ ਤੌਰ ਦੇ ਉੱਤੇ ਇੱਥੇ ਅਸੀਂ ਸੇਵਾ ਕਰਨ ਵਾਸਤੇ ਆ ਪੱਗ ਦਸਤਾਰ ਬਸ ਨਾ, ਇਹ ਨਾਲ ਇਦਾਂ ਹੀ ਰਹਿਣਾ ਹੈ। ਕਰਨਾ ਹੀ ਚਾਹੀਦਾ, ਪਰਨੇ ਤੋਂ ਵੱਧ ਕੁਝ ਨਹੀਂ। ਇਹ ਤੁਹਾਡਾ ਗੁਰੂ ਸਾਹਿਬ ਦਾ ਮੈਸੇਜ ਆ, ਗੁਰੂ ਨਾਨਕ ਸਾਹਿਬ ਦਾ ਮੈਸੇਜ ਆ, ਗੁਰੂ ਗੋਬਿੰਦ ਸਿੰਘ ਜੀ ਦਾ ਮੈਸੇਜ ਆ। ਔਰ ਮੈਸੇਜ ਇਹ ਆ, ਵਿਦਿਆ, ਇਨਸਾਨੀਅਤ, ਏਕਾ। ਇਨਸਾਨੀਅਤ ਸਭ ਤੋਂ ਵੱਡੀ ਮੈਸੇਜ ਆ। ਇਨਸਾਨੀਅਤ ਨੂੰ ਪਿਆਰ ਕਰੋ, ਲੋਕਾਂ ਨੂੰ ਪਿਆਰ ਕਰੋ। ਵੇਖੋ ਮੈਨੂੰ ਮੈਂ ਜਦੋਂ ਮੈਂ ਨਾ ਟੀਵੀ ਤੇ ਕਦੀ ਵੇਖਦਾ ਬਈ ਵੱਢ ਦਿਆਂਗੇ, ਆਹ ਕਰ ਦਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ, ਆਹ ਕਰ ਦਾਂਗੇ। ਕੀ ਆਂਦੇ ਨੇ, ਇੱਕ ਕੋਟ ਹੁੰਦਾ, ਰੋਮ ਵਾਜ਼ ਨਾਟ ਬਿਲਟ ਇਨ ਅ ਡੇ। ਰੋਮ ਇੱਕ ਦਿਨ 'ਚ ਨਹੀਂ ਬਣਿਆ ਸੀ, ਪਰ ਯੂਕਰੇਨ ਇੱਕ ਦਿਨ 'ਚ ਟੱਟ ਗਿਆ। ਜੇ ਢਾਉਣ ਤੇ ਹੀ ਆਉਣਾ, ਲੋਕਾਂ ਨੂੰ ਮਾਰਨ ਤੇ ਆਉਣਾ, ਜੇ ਤੁਸੀਂ ਇਹੋ ਹੀ ਪ੍ਰੂਵ ਕਰਨਾ ਚਾਹੁੰਦੇ ਹੋ ਕਿ ਮੈਂ ਬਹੁਤ ਵੱਡਾ ਸਿੱਖ ਹਾਂ, ਮੈਂ ਇਹਨੂੰ ਵੱਢ ਦੂੰਗਾ, ਉਹਨੂੰ ਮਾਰ ਦੂੰਗਾ, ਉਹਨੂੰ ਢਾ ਦੂੰਗਾ, ਤੂੰ ਸਿੱਖ ਹੈ ਹੀ ਨਹੀਂ। ਤੂੰ ਸਿੱਖ ਹੈ ਹੀ ਨਹੀਂ। ਸਿੱਖ ਦੀ ਸੋਚ ਹੀ ਹੋ ਰਿਹਾ। ਸਿੱਖ ਦੀ ਸੋਚ ਹੈ ਇਨਸਾਨੀਅਤ ਦੀ ਸੋਚ, ਪਿਆਰ ਕਰਨਾ ਸਿੱਖ ਦੀ ਸੋਚ ਆ। ਜਿਹੜਾ ਲੱਭਦਾ ਕੰਮ ਨੂੰ, ਲੱਭਦਾ ਸੇਵਾ ਨੂੰ। ਭਾਈ ਘਨੱਈਆ ਜੀ ਦੀ ਸੋਚ ਸਮਝੋ। ਤੁਸੀਂ ਸਿੱਖਾਂ ਨੂੰ ਅੱਜ ਕਿੱਦਾਂ ਪੋਰਟਰੇ ਕਰ ਰਹੇ ਹੋ। ਮੈਂ ਟੀਵੀ ਤੇ ਸ਼ਰਮ ਆਉਂਦੀ ਮੈਨੂੰ, ਮੈਂ ਕਹਿਣਾ ਨਹੀਂ ਚਾਹੁੰਦਾ, ਅੱਜ ਦਾ ਟਾਈਮ ਹੋ ਰਿਹਾ, ਪਰ ਮੈਂ ਸਿੱਖਾਂ ਨੂੰ ਇੱਕ ਕਹਿਣਾ ਚਾਹੁੰਦਾ, ਤੁਸੀਂ ਥੋੜ੍ਹੇ ਜਿਹੇ ਭਟਕ ਗਏ ਹੋ। ਤੁਸੀਂ ਕਿੰਨਾ ਪਿੱਛੇ ਤੁਰ ਪਏ ਹੋ, ਥੋੜ੍ਹੇ ਜਿਹੇ ਭਟਕ ਗਏ ਹੋ। ਇਨਸਾਨੀਅਤ ਨੂੰ ਪਿਆਰ ਕਰੋ। ਗੁਰੂ ਸਾਹਿਬ ਦਾ ਮੈਸੇਜ ਹੋਰ ਸੀ, ਔਰ ਬਹੁਤ ਲੋਕ ਅੱਜ ਹੋਰ ਬੰਨੇ ਤੁਰ ਪਏ ਆ। ਆਪਣੇ ਬੱਚਿਆਂ ਨੂੰ ਪੜ੍ਹਾਓ ਜ਼ਰੂਰ, ਡਾਕਟਰ ਬਣਾਓ ਜੇ ਬਣਾ ਸਕਦੇ ਹੋ, ਸੇਵਾ ਵੱਲ ਤੋਰੋ। ਬਹੁਤ ਵੱਡਾ ਇਹ ਕੰਮ ਆ, ਪਰ ਇਨਸਾਨੀਅਤ ਨੂੰ ਪਿਆਰ ਕਰੋ। ਗੁਰੂ ਸਾਹਿਬ ਦਾ ਸਭ ਤੋਂ ਵੱਡਾ ਮੈਸੇਜ ਇਹ ਸੀ, ਸਰਬੱਤ ਦਾ ਭਲਾ। ਲਗਜ ਮੈਂ ਦੇਖ ਰਿਹਾ ਸੀ ਥੋੜਾ ਘੱਟ ਹੈਗਾ, ਠੰਡ ਬਹੁਤ ਜ਼ਿਆਦਾ ਹੈਗੀ, ਕੱਪੜੇ ਪੈਕ ਕਰ ਲਏ। ਕੀਤੇ ਨਹੀਂ ਯਾਰ, ਮੇਰਾ ਕੋਲ ਐਕਚੁਅਲੀ ਮੈਂ ਇੱਕ ਬੈਗ ਲੈ ਕੇ ਚੱਲਾਂ, ਕਿਉਂਕਿ ਉੱਥੇ ਪਤਾ ਨਹੀਂ, ਮੇਰੀ ਇਹੋ ਹੀ ਜੈਕਟ ਆ। ਮੈਂ ਸੋਚਦਾ ਮੈਂ ਉੱਥੇ ਜਾ ਕੇ ਲਊਂਗਾ, ਬਿਕੋਜ਼ ਜੈਕਟ ਨਾਲ ਸਾਰੇ ਭਰ ਜਾਂਦਾ। ਹੁਣ ਮੈਂ ਸਕਰਬਸ ਪਾਏ ਆ, ਕੱਪੜੇ ਪਾਏ ਆ, ਪਰ ਮੈਂ ਇਹ ਸੋਚਿਆ ਕਿ ਯਾਰ ਜੋ ਇੱਥੋਂ ਮਿਲਦਾ ਉੱਥੋਂ ਵੀ ਮਿਲ ਹੀ ਜਾਣਾ। ਸੋ ਮੈਂ ਹੋਪ ਦੇ ਨਾਲ ਇੱਕੋ ਬੈਗ ਮੇਰਾ, ਤੇ ਮੈਂ ਉਹ ਉੱਥੋਂ ਜਾ ਕੇ ਵੀ ਲੈ ਲਾਂਗੇ। ਥੋੜ੍ਹੇ ਬਹੁਤੇ ਆਪਾਂ ਪੈਸੇ ਨਾਲ ਲਏ ਆ, ਸੋ ਉੱਥੇ ਜਾ ਕੇ ਸਾਰਾ ਕੁਝ ਖਰੀਦ ਸਕਦੇ, ਐਸੀ ਕੋਈ ਗੱਲ ਨਹੀਂ। ਆਪਣਾ ਪਹੁੰਚਣਾ ਜ਼ਰੂਰੀ ਆ। ਇੱਕੋ ਕੱਪੜਿਆਂ ਦੇ ਵਿੱਚ, ਇੱਕੋ ਜੋੜੀ ਦੇ ਵਿੱਚ ਸਮੈਫਾਨ ਹੋਣੀ ਯੂਕਰੇਨ ਦੇ ਬਾਰਡਰ ਦੇ ਉੱਤੇ ਜਾ ਰਹੇ। ਜੇ ਦਿੱਲੀ ਬਾਰਡਰਾਂ ਤੇ ਆਪਾਂ ਇੱਕੋ ਬੈਗ ਨਾਲ ਆ ਸਕਦੇ ਆ, ਜਿੱਥੇ ਕੁਝ ਵੀ ਨਹੀਂ ਸੀ। ਪਰਮਾਤਮਾ ਬਹੁਤ ਵੱਡੀ ਚੀਜ਼ ਆ, ਪਰਮਾਤਮਾ ਤੇ ਬਹੁਤ ਵਿਸ਼ਵਾਸ ਕਰਦਾ। ਸੋ ਉੱਥੇ ਪਰਮਾਤਮਾ ਇਸ ਬੇੜਾ ਪਾਰ ਕਰੂਗਾ। ਅਰਦਾਸ ਕਰੋ, ਔਰ ਤੁਸੀਂ ਵੀ ਅਰਦਾਸ ਕਰੋ, ਸਾਰੇ ਅਰਦਾਸ ਕਰਨ। ਇਨਸਾਨੀਅਤ ਦੇ ਨਾਮ ਤੇ ਜਿਹੜੇ ਬੱਚੇ ਸਾਡੇ ਅੜੇ ਆ, ਜਾਂ ਹੋਰ ਜਿਹੜੇ ਉੱਥੇ ਤਬਾਹੀ ਹੋਈ ਆ, ਉਹ ਤਬਾਹੀ ਰੁਕ ਜਾਵੇ। ਪਰਮਾਤਮਾ ਕਰੇ ਸੀਜ਼ ਫਾਇਰ ਹੋ ਜਾਵੇ, ਔਰ ਅਸੀਂ ਆਪਣਾ ਕੰਮ ਕਰ ਸਕੀਏ, ਔਰ ਛੇਤੀ ਤੋਂ ਛੇਤੀ ਵਾਪਸ ਆਪਣੇ ਵਤਨਾਂ ਨੂੰ ਮੁੜ ਸਕੀਏ। ਸਿਚੁਏਸ਼ਨ ਭਾਵੇਂ ਅਲੱਗ-ਅਲੱਗ ਹੈਗੀ ਹੈ, ਜਦੋਂ ਸਿੰਘੂ ਟਿਕਰੀ ਬਾਰਡਰ ਦੇ ਉੱਤੇ ਆਏ ਸੀ ਪਹਿਲੀ ਵਾਰ, ਔਰ ਹੁਣ ਉੱਥੇ ਜਾ ਰਹੇ ਹੋ, ਫੀਲਿੰਗ ਸੇਮ ਜੀ ਹੈ? ਨਹੀਂ, ਬੜੀ ਡਿਫਰੈਂਟ ਹੋ ਗਈ ਆ। ਹੁਣ ਮੈਂ ਟ੍ਰੇਨਡ ਫੀਲ ਕਰਦਾ, ਕਿਉਂਕਿ ਜਾ ਕਿਉਂ ਰਿਹਾ ਮੈਂ। ਵੇਖੋ ਅੱਗੇ ਹੁੰਦਾ, ਮੈਂ ਸੋਚਦਾ ਕਿ ਯਾਰ ਪੈਸੇ ਦੇ ਦਿਓ, ਹੈ ਨਾ, ਜਾਂ ਆਰਗੇਨਾਈਜੇਸ਼ਨ ਨੂੰ ਚਲੋ ਥਾਪੜਾ ਦੇ ਦਿਓ, ਬਾਈ ਬਹੁਤ ਵਧੀਆ ਕਰ ਰਹੇ, ਹੈ ਨਾ। ਪਰ ਹੁਣ ਫੀਲ ਕਰਦਾ ਕਿ ਸਾਡੇ ਤੋਂ ਵੱਧ ਟ੍ਰੇਨਡ ਕੋਈ ਨਹੀਂ। ਜਿਹੜੀਆਂ ਕੰਡੀਸ਼ਨਾਂ 'ਚ ਅਸੀਂ ਕੰਮ ਕੀਤਾ, ਮੀਂਹ, ਝੱਖੜ, ਸਿਆਲ, ਗਰਮੀ, ਹਰ ਮੌਸਮ ਹਟਾਤਾ। ਸੋ ਪਰਮਾਤਮਾ ਨੇ ਸਾਨੂੰ ਟ੍ਰੇਨ ਕਰਤਾ। ਹੁਣ ਟ੍ਰੇਨ ਹੀ ਇਸ ਲਈ ਕੀਤਾ ਕਿ ਬਈ ਜਾਓ, ਜਿੱਥੇ ਤੁਹਾਡੀ ਲੋੜ ਪੈਂਦੀ ਉੱਥੇ ਜਾਓ। ਸੋ ਅਸੀਂ ਟ੍ਰੇਨਡ ਆਪਣੇ ਆਪ ਨੂੰ ਸਮਝਦੇ, ਅਸੀਂ ਅਗੇਨ ਸਮਝਦੇ ਕਿ ਅਸੀਂ ਪ੍ਰਿੰਸੀਪਲ ਆ। ਜਿਹੜੇ ਜੋ ਕੁਛ ਲੋਕ ਸਟੂਡੈਂਟ ਉੱਥੇ ਜਿਹੜੇ ਪਹਿਲੀ ਵਾਰੀ ਉਹ ਕੰਮ ਉਹ ਸਟੂਡੈਂਟ ਹੋਣਗੇ। ਸੋ ਸਾਡਾ ਫਰਜ਼ ਬਣਦਾ ਉੱਥੇ ਜਾਈਏ, ਆਪਣਾ ਫਰਜ਼ ਨਿਭਾਈਏ, ਉਹਨਾਂ ਦੇ ਨਾਲ ਕੰਮ ਕਰੀਏ। ਸੋ ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ ਜੇ ਤੁਸੀਂ ਕੁਛ ਸਿੱਖਿਆ, ਇੱਕ ਚੀਜ਼ ਸਿੱਖੀ ਆ, ਏਕਾ। ਉਹ ਏਕਾ ਨਾ ਗਵਾ ਲਿਓ। ਮੈਂ ਅੱਜ ਫਿਰ ਬਾਰ-ਬਾਰ ਗੱਲ ਕਰਦਾ, ਤੁਸੀਂ ਕਿਸੇ ਗਲਤ ਰਾਵਾਂ ਤੇ ਤੁਰ ਪਏ ਹੋ। ਹਿੰਦੂ, ਮੁਸਲਿਮ, ਸਿੱਖ ਸਾਰੇ ਆਪਣਾ ਭਾਈਚਾਰਾ, ਕ੍ਰਿਸਚੀਅਨ ਭਾਈਚਾਰਾ, ਇਨਸਾਨੀਅਤ ਨੂੰ ਪਿਆਰ ਕਰੋ। ਤੁਸੀਂ ਇਸ ਵੇਲੇ ਸਹੀ ਰਸਤੇ ਤੇ ਨਹੀਂ ਤੁਰਨ ਦੇ। ਜਿਹੜੀਆਂ ਤੁਹਾਡੇ ਮੂੰਹ 'ਚੋਂ ਗੱਲਾਂ ਨਿਕਲਦੀਆਂ, ਜਿਹੜੇ ਤੁਹਾਡੇ ਨਾਅਰੇ ਮਾਰਨ ਦੇ ਹੋ, ਜਕਾਰੇ ਮਾਰਨ ਦੇ ਹੋ, ਉਹ ਕਿਤੇ ਨਾ ਕਿਤੇ ਤੁਸੀਂ ਆਪਣੇ ਹੀ ਧਰਮ ਨੂੰ ਗਲਤ ਬੰਨੇ ਤੁਰਨ ਦੀ ਕੋਸ਼ਿਸ਼ ਕਰ ਰਹੇ ਹੋ, ਗਲਤ ਲੋਕਾਂ ਦੇ ਹੱਥ ਚੜ੍ਹਨ ਦੇ ਹੋ। ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਗੁਰੂ ਸਾਹਿਬ ਦਾ ਮੈਸੇਜ ਪੜ੍ਹਨ ਦੀ ਕੋਸ਼ਿਸ਼ ਕਰੋ। ਇਨਸਾਨ ਨੂੰ ਪਿਆਰ ਕਰਨਾ ਸਿੱਖੋ, ਇਨਸਾਨੀਅਤ ਨੂੰ ਪਿਆਰ ਕਰਨਾ ਸਿੱਖੋ। ਜੇ ਗੁਰੂ ਸਾਹਿਬ ਨੇ ਤੁਹਾਡੇ ਹੱਥ 'ਚ ਕਿਰਪਾਨ ਫੜਾਈ ਸੀ, ਗੁਰੂ ਸਾਹਿਬ ਨੇ ਤੁਹਾਡੇ ਹੱਥ 'ਚ ਕਿਤਾਬ ਵੀ ਫੜਾਈ ਸੀ, ਉਹ ਗੁਰੂ ਸਾਹਿਬ ਦਾ ਮੈਸੇਜ ਜਿਹੜਾ ਪਾਣੀ ਭਾਈ ਘਨੱਈਆ ਜੀ ਨੂੰ ਭੇਜਿਆ ਗਿਆ, ਪਾਣੀ ਪਿਉਣ। ਸੋ ਉਹ ਵੀ ਯਾਦ ਰੱਖਿਓ, ਤੁਸੀਂ ਉਹਨਾਂ ਵਿੱਚੋਂ ਕਿਤੇ ਗਲਤ ਰਸਤੇ ਨਾ ਤੁਰ ਪਿਓ। ਇਨਸਾਨੀਅਤ ਨੂੰ ਪਿਆਰ ਕਰੋ, ਇਨਸਾਨ ਨੂੰ ਪਿਆਰ ਕਰੋ। ਬਾਈ ਵਿਸ਼ ਯੂ ਗੁੱਡ ਲੱਕ, ਤੇ ਅਸੀਂ ਪੂਰੀ ਅਰਦਾਸ ਕਰਦੇ ਹਾਂ ਕਿ ਤੁਸੀਂ ਫਤਿਹ ਕਰਕੇ ਆਓ। ਜਿਸ ਤਰੀਕੇ ਨਾਲ ਮਾਣ ਤੁਸੀਂ ਸਾਡਾ ਕਿਸਾਨੀ ਅੰਦੋਲਨ ਦੇ ਵਿੱਚ ਉੱਚਾ ਕੀਤਾ, ਉਸੇ ਤਰੀਕੇ ਨਾਲ ਅਸੀਂ ਤੁਹਾਨੂੰ ਹੁਣ ਯੂਕਰੇਨ ਤੋਂ ਵੀ ਵੇਖਿਆ ਕਰਾਂਗੇ, ਪੋਲੈਂਡ ਤੋਂ ਵੀ ਵੇਖਿਆ ਕਰਾਂਗੇ। ਤਾਂ ਕੋਸ਼ਿਸ਼ ਕਰਾਂਗੇ ਉੱਥੇ ਵੀ ਤੁਹਾਡੇ ਨਾਲ ਗੱਲਬਾਤ ਜਾਰੀ ਰਹੇਗੀ, ਸਕਾਈਪ ਦੇ ਜ਼ਰੀਏ ਜਾਂ ਕਿਸੇ ਵੀ ਨੈਟ ਦੇ ਜ਼ਰੀਏ। ਤਾਂ ਵਿਸ਼ ਯੂ ਗੁੱਡ ਲੱਕ। ਤਾਂ ਡਾਕਟਰ ਸਵੈਮਾਨ ਹੋਣੀ ਤਿਆਰੀਆਂ ਖਿੱਚ ਲਿੱਤੀਆਂ ਨੇ, ਜਾ ਰਹੇ ਨੇ ਸੇਵਾ ਕਰਨ ਦੇ ਲਈ। ਔਰ ਜਿਸ ਤਰੀਕੇ ਨਾਲ ਮੈਂ ਜ਼ਿਕਰ ਕੀਤਾ ਸੀ, ਕੋਈ ਵੀ ਮੁਸੀਬਤ ਜੇਕਰ ਆਉਂਦੀ ਹੈ ਤਾਂ ਪੰਜਾਬੀ ਔਰ ਸਿੱਖ ਕੌਮ ਹੀ ਸਭ ਤੋਂ ਪਹਿਲਾਂ ਅੱਗੇ ਹੋ ਕੇ ਸੇਵਾ ਕਰਨ ਦੇ ਲਈ ਮੈਦਾਨ ਦੇ ਵਿੱਚ ਉਤਰਦੀ ਹੈ। ਤਾਂ ਸਵੈਮਾਨ ਹੋਣੀ ਸਿੰਘੂ ਟਿਕਰੀ ਬਾਰਡਰ ਦੇ ਉੱਤੇ ਆਪਣੀਆਂ ਸੇਵਾਵਾਂ ਨਿਭਾਉਣ ਤੋਂ ਬਾਅਦ ਉਹੀ ਤਜਰਬਾ ਲੈ ਕੇ ਹੁਣ ਕਹਿੰਦੇ ਸਿਰਫ ਸਿਰ ਦੇ ਉੱਤੇ ਜਿਹੜੀ ਦਸਤਾਰ ਹੈ ਉਹੀ ਇੱਥੋਂ ਦੀ ਮੇਰੀ ਪੰਜਾਬ ਤੋਂ ਨਿਸ਼ਾਨੀ ਹੈ ਜੋ ਮੈਂ ਲੈ ਕੇ ਯੂਕਰੇਨ ਜਾ ਰਿਹਾ। ਕੈਮਰਾਮੈਨ ਵਿੱਕੀ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ।